ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਯੋਗ ਮਤ ਧਾਰਨ ਕਰਨ ਵਾਸਤੇ ਆਖਿਆ ਵੀ ਤੁਸੀਂ ਜੇ ਅਗਲਾ ਸਫ਼ਰ ਤੈਅ ਕਰਨਾ ਹੈ ਤਾਂ ਫਿਰ ਤੁਹਾਨੂੰ ਸਾਡਾ ਮੁਰੀਦ, ਸਾਡਾ ਚੇਲਾ ਜਿਹੜਾ ਉਹ ਬਣਨਾ ਪਏਗਾ। ਭਾਵ ਯੋਗ ਮਤ ਨੂੰ ਧਾਰਨ ਕਰੋਗੇ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਜੋ ਤੁਸੀਂ ਯੋਗ ਸਾਧਨਾਵਾਂ ਕਰਦੇ ਹੋ, ਜਿਹਦੇ ਵਾਸਤੇ ਇੰਨਾ ਅਡੰਬਰ ਰਚ ਕੇ ਬੈਠੇ ਹੋ, ਉਹ ਰਿੱਧੀਆਂ ਸਿੱਧੀਆਂ ਨੂੰ ਤੇ ਅਸੀਂ ਆਪਣਾ ਸੇਵਕ ਬਣਾਇਆ ਹੋਇਆ ਹੈ। ਇਸ ਲਈ ਯੋਗ ਦਾ ਮਤਲਬ ਹੁੰਦਾ ਹੈ ਪਰਮੇਸ਼ਵਰ ਦੇ ਨਾਲ ਜੁੜਨਾ। ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਰੰਗ ਵਿੱਚ ਰੰਗਣਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੋਰਖਨਾਥ ਨੂੰ ਜਵਾਬ ਦਿੱਤਾ। ਅੱਗੋਂ ਗੋਰਖਨਾਥ ਸੁਣ ਕੇ ਇਹਦੇ ਮਨ ਵਿੱਚ ਕੀ ਭਾਵਨਾ ਬਣਦੀ ਹੈ। ਕਵੀ ਸੰਤੋਖ ਸਿੰਘ ਜੀ ਅਗਲੇਰੇ ਇਤਿਹਾਸ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੋ ਜੀ। ਗੋਰਖ ਸ਼੍ਰੋਣ ਸੁਣੈ ਜਬ ਬੈਨ ਲਖੀ ਮਨ ਮੈਂ ਇਹ ਮਾਨਤ ਨਾਹੀ। ਜਿਸ ਵੇਲੇ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਇਹ ਪਾਵਨ ਬਚਨ ਸੁਣੇ ਕਿ ਸਾਨੂੰ ਆਪਣੀ ਸ਼ੋਭਾ, ਸਾਨੂੰ ਆਪਣਾ ਮਾਣ, ਵਡਿਆਈ, ਉਸਤਤ ਕਰਾਉਣ ਦੀ ਲੋੜ ਨਹੀਂ, ਅਸੀਂ ਇਹਨਾਂ ਨੂੰ ਤਿਆਗ ਕੇ ਚੱਲੇ ਹਾਂ ਔਰ ਪਰਮੇਸ਼ਵਰ ਦੇ ਨਾਮ ਦਾ ਰੰਗ ਜਿਹੜਾ ਉਹ ਅੰਦਰ ਲੱਗਾ ਹੈ, ਉਹਦੀ ਰਜ਼ਾ ਦੇ ਵਿੱਚ ਅਸੀਂ ਤੁਰਦੇ ਹਾਂ। ਨਵ ਨਿਧੀਆਂ 18 ਸਿੱਧੀਆਂ ਜਿਹੜੀਆਂ ਨੇ ਤੁਸੀਂ ਇਹਨਾਂ ਦੇ ਮਗਰ ਚੱਲਦੇ ਹੋ, ਪਰ ਇਹ ਨਵ ਨਿਧੀ 18 ਸਿੱਧੀਆਂ ਸਾਡੇ ਮਗਰ ਚੱਲਦੀਆਂ ਨੇ। ਦੋ ਪ੍ਰਕਾਰ ਦੇ ਜੀਵਨ ਨੇ, ਇੱਕ ਨੂੰ ਸੰਸਾਰੀ ਕਹਿੰਦੇ ਨੇ, ਇੱਕ ਨੂੰ ਭਗਤ ਕਹਿੰਦੇ ਨੇ। ਸੰਸਾਰੀ ਦੀ ਚਾਲ ਵੱਖਰੀ ਹੈ ਤੇ ਭਗਤ ਦੀ ਚਾਲ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਕਮ ਮਾਰਗ ਚੱਲਣਾ। ਭਗਤ ਲਵ ਲੋਭ ਹੰਕਾਰ ਦਾ ਤਿਆਗ ਕਰਕੇ ਚੱਲਦੇ ਨੇ। ਸੰਸਾਰੀ ਜਿਹੜੇ ਨੇ ਉਹ ਲਵ ਲੋਭ ਹੰਕਾਰ ਦੇ ਵਿੱਚ ਗਲਤਾਨ ਹੋ ਕੇ ਚੱਲਦੇ ਆ। ਫਰਕ ਕੀ ਹੈ? ਸੰਸਾਰੀ ਰਿੱਧੀਆਂ ਸਿੱਧੀਆਂ ਮਗਰ ਦੌੜਦੇ ਨੇ ਤੇ ਭਗਤਾਂ ਦੇ ਚਰਨਾਂ ਦੇ, ਇਹਨਾਂ ਦੇ ਕਦਮਾਂ ਦੀ ਧੂੜ ਮਗਰ ਰਿੱਧੀਆਂ ਤੇ ਸਿੱਧੀਆਂ ਆਉਂਦੀਆਂ ਨੇ, ਕਿਉਂਕਿ ਇਹਨਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਨੂੰ ਵਸਾ ਲਿਆ। ਤੇ ਸੰਸਾਰੀ ਹਜੇ ਅੰਦਰੋਂ ਵਿਕਾਰੀ ਹੋਣ ਕਰਕੇ ਅੰਦਰ ਪਰਮੇਸ਼ਵਰ ਨੂੰ ਨਹੀਂ ਵਸਾ ਸਕੇ, ਜਿਸ ਕਰਕੇ ਸੰਸਾਰੀਆਂ ਦੀ ਦੌੜ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਪਾਉਣ ਵਿੱਚ ਲੱਗੀ ਰਹਿੰਦੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ। ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਕਹਿੰਦੇ ਨੇ ਇਸ ਗੋਰਖਨਾਥ ਨੇ ਸੁਣੀਆਂ, ਗੋਰਖ ਸ਼੍ਰੋਣ ਸੁਣੇ ਜਬ ਬੈਨ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਬਚਨ ਸੁਣੇ ਤੇ ਇਹਨੇ ਮਨ ਦੇ ਵਿੱਚ ਇਹ ਸਮਝ ਲਿਆ ਕਿ ਮੇਰੀਆਂ ਗੱਲਾਂ ਵਿੱਚ ਇਹ ਛੇਤੀ ਕਿਤੇ ਆਉਣ ਵਾਲੀ ਨਹੀਂ। ਵੀ ਮੈਂ ਇਹਨਾਂ ਨੂੰ ਆਖਿਆ ਵੀ ਯੋਗ ਮਤ ਧਾਰਨ ਕਰ ਲਓ ਜੇ ਅਗਲਾ ਸਫ਼ਰ ਤੁਸੀਂ ਤੈਅ ਕਰਨਾ ਹੈ, ਪਰ ਜਿਸ ਤਰ੍ਹਾਂ ਦਾ ਇਹਨਾਂ ਨੇ ਜਵਾਬ ਦਿੱਤਾ ਵੀ ਲੱਗਦਾ ਨਹੀਂ ਕਿ ਇਹ ਮੇਰੀਆਂ ਗੱਲਾਂ ਵਿੱਚ ਆ ਕੇ ਯੋਗ ਮਤ ਜਿਹੜਾ ਉਹ ਧਾਰਨ ਕਰ ਲੈਣ। ਗੋਰਖਨਾਥ ਨੇ ਮਨ ਵਿੱਚ ਇਸ ਤਰ੍ਹਾਂ ਵਿਚਾਰਿਆ ਹੈ, ਲਾਏ ਅਬੈ ਸ਼ਕਤੀ ਪਰਖੋ ਮੁਖ ਬੋਲਤ ਹੈ ਕਿਦੋਂ ਸਾਚੋ ਪੀ ਆਹੀ। ਹੁਣ ਗੋਰਖਨਾਥ ਇਹਨੇ ਸੋਚਿਆ ਵੀ ਪਹਿਲਾਂ ਪਰਖ ਤੇ ਲਵਾਂ, ਐਵੇਂ ਨਿਰੀਆਂ ਫੋਕੀਆਂ ਗੱਲਾਂ ਹੀ ਨਾ ਹੋਣ। ਕਈ ਵਾਰੀ ਗੱਲਾਂ ਇਨਸਾਨ ਬਹੁਤ ਉੱਚੀਆਂ ਕਰਦਾ ਹੈ ਪਰ ਅੰਦਰ ਦਾ ਜੀਵਨ ਵੈਸਾ ਨਹੀਂ ਹੁੰਦਾ। ਇਸ ਲਈ ਪਹਿਲਾਂ ਮੈਂ ਪਰਖ ਕੇ ਵੇਖਾਂ ਵੀ ਵਾਕਈ ਇਹਨਾਂ ਵਿੱਚ ਕੋਈ ਕਲਾ ਹੈ, ਕੋਈ ਬਲ ਹੈ, ਕੋਈ ਪਾਵਰ ਇਹਨਾਂ ਦੇ ਵਿੱਚ ਹੈ। ਹੁਣ ਇਹਨੇ ਮਨ ਵਿੱਚ ਵਿਚਾਰਿਆ ਵੀ ਪਹਿਲਾਂ ਮੈਂ ਇਹਨਾਂ ਨੂੰ ਪਰਖ ਕੇ ਦੇਖ ਲਵਾਂ। ਜਸ ਸਿਲਾ ਪਰ ਬੈਸੇ ਗੁਰੂ ਬਲ ਕੀਨ ਉਡਾਵਨ ਕੋ ਬਹੁਤਾਹੀ। ਹੁਣ ਜਿਸ ਸਿਲਾ ਦੇ ਉੱਤੇ, ਜਿਸ ਪੱਥਰ ਦੇ ਉੱਤੇ ਗੁਰੂ ਨਾਨਕ ਸਾਹਿਬ ਬੈਠੇ ਸਨ, ਇਹਨੇ ਆਪਣੇ ਵੱਲੋਂ ਜੋ ਇਹਨਾਂ ਨੇ ਸਾਧਨਾਵਾਂ ਕੀਤੀਆਂ ਨੇ ਯੋਗ ਮਤ ਦੇ ਅਨੁਸਾਰ, ਜੋ ਇਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਰਿੱਧੀਆਂ ਸਿੱਧੀਆਂ ਦੀ ਪਾਵਰ ਹੈ, ਉਸ ਅਨੁਸਾਰ ਇਹਨੇ ਗੁਰੂ ਨਾਨਕ ਸਾਹਿਬ ਜੀ ਜਿਸ ਸਿਲਾ ਤੇ ਬੈਠੇ ਨੇ ਉਹਨੂੰ ਉਡਾਉਣ ਦਾ ਯਤਨ ਕੀਤਾ। ਆਪਣੀ ਤਾਕਤ ਦੇ ਨਾਲ ਉਹਨੂੰ ਹਿਲਾਉਣ ਦਾ ਯਤਨ ਇਹਨੇ ਕੀਤਾ। ਕਹਿੰਦੇ ਬੜਾ ਆਪਣੇ ਵੱਲੋਂ ਇਹ ਤਾਕਤ ਜ਼ੋਰ ਲਾ ਰਿਹਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਜਿਸ ਸਿਲਾ ਦੇ ਉੱਤੇ, ਪੱਥਰ ਉੱਤੇ ਬੈਠੇ ਆ, ਇਹਨਾਂ ਨੂੰ ਮੈਂ ਹਿਲਾ ਦਿਆਂ। ਇਹ ਆਪਣਾ ਪੂਰਾ ਬਲ ਜ਼ੋਰ ਲਾ ਕੇ ਦੇਖਦਾ ਹੈ। ਨੈਕ ਹਰੀ ਨਹਿ ਅੰਗਦ ਲਾਤ ਸੀ ਜਾਣਿਓ ਪ੍ਰਤਾਪ ਸਹੀ ਮਨ ਮਾਹੀ। ਕਹਿੰਦੇ ਇੱਕ ਸਮਾਂ ਸੀ ਜਦੋਂ ਰਾਵਣ ਦੇ ਦਰਬਾਰ ਦੇ ਵਿੱਚ ਅੰਗਦ ਨੇ ਆਪਣਾ ਪੈਰ ਜਮਾ ਦਿੱਤਾ ਸੀ ਤੇ ਉਸ ਅੰਗਦ ਦੇ ਪੈਰ ਨੂੰ ਰਾਵਣ ਦੀ ਸਭਾ ਦੇ ਵਿੱਚ ਕੋਈ ਵੀ ਐਸਾ ਨਹੀਂ ਸੀ ਜਿਹੜਾ ਉਹਦੇ ਪੈਰ ਨੂੰ ਹਿਲਾ ਸਕੇ। ਇਸ ਤਰ੍ਹਾਂ ਕਹਿੰਦੇ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਜਿਸ ਸਿਲਾ ਤੇ ਬੈਠੇ ਆ ਉਹ ਬੜਾ ਜ਼ੋਰ ਆਪਣੇ ਵੱਲੋਂ ਲਾ ਰਿਹਾ ਹੈ, ਬੜਾ ਯਤਨ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਮੈਂ ਇਹਨੂੰ ਹਿਲਾ ਦਿਆਂ। ਪਰ ਕਹਿੰਦੇ ਉਹ ਜਿਹੜੀ ਸਿਲਾ, ਉਹ ਜਿਹੜਾ ਪੱਥਰ ਸੀ ਉਹ ਹਿਲ ਨਹੀਂ ਰਿਹਾ। ਇਹਨੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ। ਯੋਂ ਕਰ ਗੋਰਖ ਲੋਪ ਪਇਓ ਉਰ ਵਿੱਚ ਵਿਚਾਰਤ ਜਾਵਤ ਸੋਈ। ਜਦੋਂ ਇਹਨੇ ਆਪਣਾ ਪੂਰਾ, ਹਾਲਾਂਕਿ ਸਾਰੇ ਹੀ ਜਿਹੜੇ ਸਿੱਧ ਜੋਗੀ ਨੇ ਉਹਨਾਂ ਦਾ ਇਹ ਗੁਰੂ ਹੈ ਗੋਰਖਨਾਥ, ਇਹਨੇ ਆਪਣੇ ਵੱਲੋਂ ਪੂਰੀ ਤਾਕਤ ਲਾਈ, ਜ਼ੋਰ ਲਾਇਆ, ਪਰ ਜਦੋਂ ਇਹਦਾ ਜ਼ੋਰ ਨਾ ਚੱਲਿਆ ਅਖੀਰ ਫਿਰ ਇਹਨੇ ਸੋਚਿਆ ਵੀ ਹੁਣ ਇੱਥੋਂ ਨਿਕਲ ਜਾਣ ਵਿੱਚ ਹੀ ਭਲਾ ਹੈ, ਬਾਅਦ ਵਿੱਚ ਵੇਖਾਂਗੇ ਕੀ ਕਰਨਾ ਹੈ। ਕਿਉਂਕਿ ਜਿੱਥੇ ਜ਼ੋਰ ਨਾ ਚੱਲੇ ਨਾ ਉੱਥੇ ਬੰਦਾ ਨਿਕਲਣ ਨੂੰ ਹੀ ਕਰਦਾ ਵੀ ਨਿਕਲ ਜਾਈਏ ਆਸੇ ਪਾਸੇ ਹੋ ਕੇ, ਤੇ ਜਿੱਥੇ ਜ਼ੋਰ ਚੱਲਦਾ ਉੱਥੇ ਬੰਦਾ ਡਟ ਕੇ ਖਲੋ ਜਾਂਦਾ ਵੀ ਪਤਾ ਇੱਥੇ ਮੇਰਾ ਜ਼ੋਰ ਚੱਲਣਾ ਹੈ। ਇੱਕ ਬੇਨਤੀ ਕਰਕੇ ਚੱਲਾਂ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਕੋਈ ਆਪਣਾ ਜ਼ੋਰ ਦਿਖਾਉਣ ਨਹੀਂ ਆਏ ਹਾਂ। ਇੱਥੇ ਕੋਈ ਅਸੀਂ ਆਪਣਾ ਬਲ, ਆਪਣੀ ਤਾਕਤ ਦਿਖਾਉਣ ਨਹੀਂ ਆਏ ਹਾਂ। ਇੱਥੇ ਤੇ ਕਬੂਲਣ ਆਏ ਹਾਂ ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਸਾਡੇ ਵਿੱਚ ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ, ਕੋਈ ਤਾਕਤ ਨਹੀਂ ਹੈ। ਬਸ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਭਾਉਂਦਾ ਹੈ, ਤਿਵੇਂ ਬਖਸ਼ ਦਿਓ, ਕਿਉਂਕਿ ਅਸੀਂ ਤਾਂ ਨਿਮਾਣੇ ਦੇ ਹੋ ਕੇ ਤੁਹਾਡੇ ਦਰ ਤੇ ਢਹਿਣ ਵਾਸਤੇ ਆਏ ਹਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਅਸੀਂ ਤੇ ਤੁਹਾਡੇ ਦਰ ਤੇ ਢਹਿ ਜਾਣ ਵਾਸਤੇ ਆਏ ਹਾਂ। ਸਾਡੇ 'ਚ ਕੋਈ ਹਿੰਮਤ, ਬਲ, ਤਾਕਤ ਨਹੀਂ ਹੈ। ਪਰ ਜੇ ਕੋਈ ਆਪਣਾ ਜ਼ੋਰ ਦਿਖਾਉਣ ਵਾਸਤੇ ਆਵੇ ਤੇ ਮਾਫ ਕਰਨਾ, ਉਹਦਾ ਜ਼ੋਰ ਕੋਈ ਨਹੀਂ ਚੱਲੇਗਾ, ਕਿਉਂਕਿ ਯਤਨ ਕਰਨ ਵਾਲੇ ਬੜਾ ਯਤਨ ਕਰ ਵੀ ਰਹੇ ਨੇ, ਕਰਦੇ ਵੀ ਰਹੇ ਨੇ, ਪਰ ਉਹਨਾਂ ਦਾ ਜ਼ੋਰ ਨਹੀਂ ਚੱਲ ਸਕੇਗਾ। ਖੈਰ ਇੱਥੇ ਕਹਿੰਦੇ ਨੇ ਜਦੋਂ ਇਹਦਾ ਗੋਰਖਨਾਥ ਦਾ ਗੁਰੂ ਨਾਨਕ ਸਾਹਿਬ ਅੱਗੇ ਜ਼ੋਰ ਨਾ ਚੱਲਿਆ, ਫਿਰ ਇਹਨੇ ਪਾਸਾ ਵੱਟ ਲਿਆ, ਭਾਵ ਆਪਣੀ ਸਿੱਧ ਮੰਡਲੀ ਵੱਲ ਨੂੰ। ਉਸੇ ਵੇਲੇ ਇਹ ਤੁਰ ਪਿਆ। ਹੋਏ ਵੱਡੋ ਪ੍ਰਤਾਪ ਸੰਸਾਰ ਹੈ ਜੋ ਹਮਰੋ ਇਹ ਸੇਵਕ ਹੋਈ। ਹੁਣ ਜਾਂਦਾ ਜਾਂਦਾ ਪਤਾ ਕੀ ਵਿਚਾਰਦਾ ਹੈ ਕਿ ਜੇ ਆਹ ਮੇਰਾ ਇੰਨਾ ਬਲ, ਜਿਹਦੇ ਅੱਗੇ ਮੇਰਾ ਜ਼ੋਰ ਨਹੀਂ ਚੱਲਿਆ, ਜਿਹਦੇ ਅੱਗੇ ਮੇਰਾ ਬਲ ਨਹੀਂ ਕੰਮ ਕੀਤਾ, ਤਾਕਤ ਨਹੀਂ ਕੰਮ ਕੀਤੀ, ਤੇ ਜੇ ਇਹ ਕਿਤੇ ਮੇਰਾ ਸੇਵਕ ਬਣ ਜਾਏ। ਹੁਣ ਇਹ ਵਿਚਾਰਦਾ ਜਾਂਦਾ ਗੋਰਖਨਾਥ ਆਪਣੇ ਮਨ ਵਿੱਚ ਵੀ ਜੇ ਮੈਂ ਇਹਨਾਂ ਨੂੰ ਆਪਣਾ ਸੇਵਕ ਬਣਾ ਲਵਾਂ, ਵੱਡੋ ਪ੍ਰਤਾਪ ਸੰਸਾਰ ਹੈ, ਸੰਸਾਰ ਵਿੱਚ ਮੇਰਾ ਬਹੁਤ ਵੱਡਾ ਪ੍ਰਤਾਪ ਹੋ ਜਾਵੇਗਾ। ਪੰਥ ਪ੍ਰਕਾਸ਼ ਵਿਸ਼ਾਲ ਕਰੈ ਮਮ ਜਾਂ ਸਮ ਔਰ ਨਦੀ ਸਤ ਕੋਈ। ਮੈਨੂੰ ਹਜੇ ਤੱਕ ਕੋਈ ਇਹਨਾਂ ਵਰਗਾ ਨਹੀਂ ਦਿਸਿਆ
ਕਿਉਂਕਿ ਮੈਂ ਆਪਣੀ ਸਾਰੀ ਤਾਕਤ ਲਾ ਕੇ ਵੇਖ ਲਈ ਆ ਇਹਨਾਂ ਤੇ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਨਾਂ ਵਰਗਾ ਕੋਈ ਹੋਰ ਹੋਵੇਗਾ। ਜੇ ਕਿਤੇ ਇਹ ਮੇਰੇ ਇਸ ਯੋਗ ਮਤ ਨੂੰ, ਮੇਰੇ ਵਾਲੇ ਪੰਥ ਨੂੰ ਇਹ ਕਬੂਲ ਲੈਣ, ਮੇਰੇ ਵਾਲੇ ਰਸਤੇ ਦੇ ਉੱਪਰ ਕਿਤੇ ਇਹ ਤੁਰ ਪੈਣ, ਤੇ ਮੇਰਾ ਇਹ ਯੋਗ ਮਤ ਵਾਲਾ ਪੰਥ ਰਸਤਾ ਇਹ ਹੋਰ ਵੱਡਾ ਹੋ ਜਾਏਗਾ, ਹੋਰ ਵਿਸ਼ਾਲ ਹੋ ਜਾਏਗਾ। ਕਿਉਂਕਿ ਮੈਨੂੰ ਇਹਨਾਂ ਜਾਂ ਸਮ ਔਰ ਨਾ ਦਿਸਤ ਕੋਈ ਇਹਨਾਂ ਵਰਗਾ ਬਲ ਤਾਕਤ ਵਾਲਾ ਨਹੀਂ ਦਿਸਦਾ। ਇਸ ਲਈ ਮੇਰੇ ਇਸ ਯੋਗ ਮਤ ਨੂੰ ਜੇ ਇਹ ਕਬੂਲ ਲੈਣ ਤੇ ਮੇਰਾ ਇਹ ਪ੍ਰਤਾਪ ਦੁਨੀਆ 'ਚ ਹੋਰ ਵੱਧ ਜਾਵੇਗਾ। ਮਨ ਹੈ ਆਨ ਜੇ ਦੇਸ਼ ਮਹਾਨ ਬਣਾ ਸਭ ਥਾਨ ਮੈਂ ਸੇਵਕ ਲੋਈ। ਮਨ ਹੈ ਆਨ, ਜੇ ਮੇਰੀ ਈਨ ਮੰਨ ਲੈਣ, ਮੇਰੇ ਹੁਕਮ ਨੂੰ ਇਹ ਮੰਨ ਲੈਣ, ਤਾਂ ਇਹ ਜਿਹੜਾ ਦੇਸ਼ ਮਹਾਨ ਹੈ ਕਹਿੰਦੇ ਇਹ ਹੋਰ ਮਹਾਨ ਹੋ ਜਾਏਗਾ। ਕਿਉਂਕਿ ਸਾਰੇ ਦਾ ਸਾਰਾ ਦੇਸ਼ ਹੀ ਮੇਰਾ ਸੇਵਕ ਬਣ ਜਾਏਗਾ। ਮੇਰੀ ਪਾਵਰ ਹੋਰ ਵੱਧ ਜਾਏਗੀ, ਮੇਰੀ ਤਾਕਤ ਹੋਰ ਵੱਧ ਜਾਏਗੀ, ਤੇ ਸਾਰੇ ਦਾ ਸਾਰਾ ਦੇਸ਼ ਹੀ ਜਿਹੜਾ ਹੈ ਉਹ ਸਾਰੇ ਦੇਸ਼ ਦੇ ਲੋਕ ਵਾਸੀ ਮੇਰੇ ਸੇਵਕ ਬਣ ਜਾਣਗੇ। ਸਾਰੀ ਜਿੰਨੇ ਵੀ ਦੇਸ਼ ਦੇ ਵਾਸੀ ਨੇ ਉਹ ਮੇਰੇ ਕਦਮਾਂ ਦੇ ਵਿੱਚ ਆ ਕੇ ਝੁਕ ਜਾਣਗੇ। ਮੇਰਾ ਹੁਕਮ ਜਿਹੜਾ ਹੈ ਉਹ ਦੇਸ਼ ਵਾਸੀਆਂ ਦੇ ਉੱਤੇ ਚੱਲੇਗਾ। ਤੇ ਜਦੋਂ ਮਹਾਨ ਦੇਸ਼ ਦੀ ਗੱਲ ਆਉਂਦੀ ਹੈ ਨਾ, ਤੇ ਅਕਸਰ ਅਸੀਂ ਕਹਿੰਦੇ ਹਾਂ ਮੇਰਾ ਭਾਰਤ ਮਹਾਨ, ਠੀਕ ਹੈ ਮਹਾਨ ਹੈ, ਪਰ ਜਦੋਂ ਇਸ ਭਾਰਤ ਦੇ ਅੰਦਰ ਹੋਣ ਵਾਲੇ ਕੁਕਰਮ ਅਸੀਂ ਵੇਖਦੇ ਹਾਂ, ਇਨਸਾਨ ਨੂੰ ਹੈਵਾਨ, ਇਨਸਾਨ ਨੂੰ ਸ਼ੈਤਾਨ ਬਣਿਆ ਵੇਖਦੇ ਹਾਂ, ਫਿਰ ਸਾਨੂੰ ਸ਼ਰਮ ਆਉਂਦੀ ਹੈ ਵੀ ਇਹ ਮਹਾਨ ਨਹੀਂ ਹੋ ਸਕਦਾ। ਜਿੱਥੇ ਦੂਜਿਆਂ ਦੇ ਹੱਕ ਮਾਰੇ ਜਾ ਰਹੇ ਹੋਣ, ਖੋਏ ਜਾ ਰਹੇ ਹੋਣ, ਜਾਂ ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਸ ਦੇਸ਼ ਵਿੱਚ ਪੜ੍ਹਨ ਵਾਲੇ ਨੂੰ ਵੀ ਮਾਰ ਪੈਂਦੀ ਹੈ ਤੇ ਪੜ੍ਹਾਉਣ ਵਾਲੇ ਨੂੰ ਵੀ ਮਾਰ ਪੈਂਦੀ ਹੈ, ਵਿਦਿਆਰਥੀਆਂ ਨੂੰ ਵੀ ਮਾਰ ਪੈਂਦੀ ਹੈ ਤੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਮਾਰ ਪੈਂਦੀ ਹੈ, ਉਹ ਦੇਸ਼ ਮਹਾਨ ਕਿਵੇਂ ਹੋ ਸਕਦਾ ਹੈ? ਜਿੱਥੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਪੱਤ ਨੂੰ ਰੋਲ ਦਿੱਤਾ ਜਾਂਦਾ ਹੋਵੇ ਔਰ ਲੋਕ ਤਮਾਸ਼ਬੀਨ ਬਣ ਕੇ ਤਮਾਸ਼ਾ ਵੇਖ ਰਹੇ ਹੋਣ, ਉਹਨੂੰ ਮਹਾਨ ਆਪਾਂ ਕਿਵੇਂ ਕਹਿ ਸਕਦੇ ਹਾਂ? ਜਿੱਥੇ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਤੇਜ਼ਾਬ ਸੁੱਟ ਕੇ ਸਾਰੀ ਜ਼ਿੰਦਗੀ ਉਹਨਾਂ ਦੀ ਨਰਕ ਬਣਾ ਦਿੱਤੀ ਜਾਂਦੀ ਹੋਵੇ, ਉਹਨੂੰ ਮਹਾਨ ਕਿਵੇਂ ਕਹਿ ਸਕਦੇ ਹਾਂ? ਜਿੱਥੇ ਜਵਾਨਾਂ ਦੇ ਵਿੱਚ ਨਸ਼ੇ ਭਰ ਕੇ ਉਹਨਾਂ ਨੂੰ ਖੋਖਲਾ ਕੀਤਾ ਜਾਂਦਾ ਹੋਵੇ, ਉਹਨੂੰ ਮਹਾਨ ਕਿਵੇਂ ਕਹਿ ਸਕਦੇ ਹਾਂ? ਜਿਸ ਅਸੀਂ ਦੇਸ਼ ਵਿੱਚ ਰਹਿੰਦੇ ਹਾਂ ਉੱਥੋਂ ਦੇ ਮਾਹੌਲ ਨੂੰ ਵੇਖ ਕੇ ਤਾਂ ਸ਼ਰਮ ਨਾਲ ਸਾਡਾ ਸਿਰ ਝੁਕ ਜਾਂਦਾ ਹੈ, ਪਰ ਅਸੀਂ ਕਹਿ ਰਹੇ ਹਾਂ ਕਿ ਮਹਾਨ ਹੈ। ਹੁਣ ਇਹਨੇ ਵੀ ਆਖਿਆ, ਕਹਿੰਦੇ ਜੇ ਦੇਸ਼ ਮਹਾਨ ਬਣੇ ਸਭ ਥਾਨ ਮੈਂ ਸੇਵਕ ਲੋਈ। ਜਿੰਨੇ ਵੀ ਨੇ ਇਹ ਸਾਰੇ ਲੋਕ ਮੇਰੇ ਸੇਵਕ ਬਣ ਜਾਣਗੇ। ਕਿਹਦੇ ਰਾਹੀਂ? ਗੁਰੂ ਨਾਨਕ ਸਾਹਿਬ ਰਾਹੀਂ। ਜੇ ਗੁਰੂ ਨਾਨਕ ਜੀ ਯੋਗ ਮਤ ਧਾਰਨ ਕਰ ਲੈਣ। ਇਹ ਧਿਆਨ ਰੱਖਿਓ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਸੀਸ ਕੁਰਬਾਨ ਕਰਨ ਦੀ ਬਜਾਏ ਜੇ ਸੀਸ ਝੁਕਾ ਦਿੰਦੇ ਤੇ ਫਿਰ ਕੀ ਇਹ ਅੱਜ ਚਾਰੇ ਪਾਸੇ ਸਾਡੀਆਂ ਸਰਦਾਰੀਆਂ ਹੋਣੀਆਂ ਸਨ? ਅੱਜ ਅਸੀਂ ਆਜ਼ਾਦ ਹੋਣਾ ਸੀ? ਕਦੇ ਨਹੀਂ ਸੀ ਹੋਣਾ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ, ਜੇ ਤੁਸੀਂ 9 ਸਾਲ ਦੀ ਆਰਜ਼ੂ ਵਿੱਚ ਪਿਤਾ ਜੀ ਨੂੰ ਕੁਰਬਾਨ ਨਾ ਕਰਦੇ ਤੇ ਜਾਂ ਫਿਰ ਆਪ ਪਿਤਾ ਬਣ ਕੇ ਪੁੱਤਰਾਂ ਨੂੰ ਕੁਰਬਾਨ ਨਾ ਕਰਦੇ, ਤਾਂ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਨਤ ਹੋਤੀ ਸਭ ਕੀ। ਕਿਉਂਕਿ ਔਰੰਗਜ਼ੇਬ ਨੇ ਤੇ ਕੋਈ ਧਰਮ ਅਸਥਾਨ ਰਹਿਣ ਨਹੀਂ ਸੀ ਨਹੀਂ ਦੇਣਾ। ਉਹਨੇ ਤੇ ਇਹ ਪ੍ਰਣ ਕੀਤਾ ਸੀ ਵੀ ਚਾਰੇ ਪਾਸੇ ਇਸਲਾਮ ਦਾ ਬੋਲਬਾਲਾ ਹੋਵੇ। ਔਰ ਸਵਾ ਮਣ ਇੱਕ ਦਿਨ ਵਿੱਚ ਜਨਊ ਅੱਗ ਵਿੱਚ ਸਾੜ ਕੇ ਫਿਰ ਉਹਨੂੰ ਤਸੱਲੀ ਹੁੰਦੀ ਸੀ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦਾ ਹੈ ਔਰ ਮਨ ਹੀ ਮਨ ਵਿੱਚ ਸੋਚ ਰਿਹਾ ਹੈ ਕਿ ਇਹ ਦੇਸ਼ ਹੋਰ ਮਹਾਨ ਹੋ ਜਾਵੇਗਾ। ਇੱਕ ਗ੍ਰਾਮ ਕੋ ਭੂਪ ਜਿਉ ਚਹਿਤ ਚਤੁਰਦਸ਼ ਜੀਤ। ਇੱਕ ਪਿੰਡ ਦਾ, ਜਿਵੇਂ ਇੱਕ ਨਗਰ ਦਾ ਕੋਈ ਰਾਜਾ ਹੋਵੇ, ਇੱਕ ਗ੍ਰਾਮ ਕੋ ਭੂਪ ਜਿਉ, ਭੂਪ ਕਹਿੰਦੇ ਰਾਜਾ, ਕੋਈ ਇੱਕ ਨਗਰ ਦਾ ਰਾਜਾ ਹੋਵੇ ਤੇ ਚਾਹੁੰਦਾ ਹੋਵੇ ਚਤੁਰਦਸ਼ ਜੀਤ, ਮੇਰੀ ਚਾਰੇ ਪਾਸੇ ਮੇਰੀ ਜਿੱਤ ਹੋਵੇ। ਜਿਸ ਤਰ੍ਹਾਂ ਆਪਣੇ ਮਨ ਵਿੱਚ ਇੱਕ ਰਾਜਾ ਚਾਰੇ ਪਾਸੇ ਜਿੱਤ ਦਾ ਖਿਆਲ ਬਣਾ ਕੇ ਰੱਖਦਾ ਹੈ। ਗੋਰਖ ਇੱਛਾ ਕਰਤ ਤਿਉ ਜਿਉ ਪ੍ਰਾਪਤ ਵਿਪਰੀਤ। ਵਿਪਰੀਤ ਦਾ ਅਰਥ ਹੁੰਦਾ ਉਲਟ ਮਤ ਵਾਲਾ, ਉਲਟ ਸੋਚਣ ਵਾਲਾ। ਕਹਿੰਦੇ ਨੇ ਇਹ ਪੁੱਠੀ ਮਤ ਵਾਲਾ ਗੋਰਖਨਾਥ ਜਿਹੜਾ ਹੈ ਇਹ ਇਸੇ ਤਰ੍ਹਾਂ ਚਾਹੁੰਦਾ ਹੈ ਕਿ ਮੇਰੀ ਚਾਰੇ ਪਾਸੇ ਜੈ ਜੈਕਾਰ ਹੋਵੇ, ਚਾਰੇ ਪਾਸੇ ਮੇਰਾ ਬੋਲਬਾਲਾ ਹੋਵੇ, ਚਾਰੇ ਪਾਸੇ ਮੈਂ ਹੀ ਸਭ ਦਾ ਗੁਰੂ ਹੋਵਾਂ ਤੇ ਸਾਰੇ ਮੇਰੇ ਹੀ ਚੇਲੇ ਹੋਣ। ਪਰ ਉਹ ਕਦੋਂ ਹੋਣ? ਜੇ ਗੁਰੂ ਨਾਨਕ ਸਾਹਿਬ ਆ ਜਿਹੜਾ ਫਕੀਰ ਆਇਆ ਇਹ ਕਿਤੇ ਮੇਰਾ ਸੇਵਕ ਬਣ ਕੇ ਮੇਰਾ ਮਤ ਨੂੰ ਧਾਰਨ ਕਰ ਲਏ ਤੇ ਮੇਰੀ ਪਾਵਰ 4 ਗੁਣਾ ਹੋਰ ਵੱਧ ਜਾਵੇਗੀ। ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ ਹਿਰਦੈ ਬਹੁ ਚਿੰਤ ਉਪਾਏ ਵਿਚਾਰੇ। ਹੁਣ ਇਹ ਪਹੁੰਚ ਗਿਆ ਆਪਣੀ ਸਿੱਧ ਮੰਡਲੀ, ਆਪਣੇ ਸਥਾਨ ਤੇ ਪਹੁੰਚ ਗਿਆ ਸੁਮੇਰ ਪਰਬਤ ਦੀ ਚੋਟੀ ਤੇ। ਉੱਥੇ ਹੁਣ ਚਿੰਤਤ ਹੋਇਆ ਪਿਆ ਵੀ ਮੈਂ ਕਿਹੜਾ ਉਪਾਅ ਕਰਾਂ, ਕਿਹੜੀ ਜੁਗਤੀ ਜਿਹੜੀ ਆ ਉਹ ਮੈਂ ਐਸੀ ਬਣਾਵਾਂ, ਕਿਹੜਾ ਐਸਾ ਯਤਨ ਕਰਾਂ ਜਿਹਦੇ ਨਾਲ ਗੁਰੂ ਨਾਨਕ ਜੀ ਮੇਰੇ ਅੱਗੇ ਆ ਕੇ ਝੁਕ ਜਾਣ, ਮੇਰੇ ਸੇਵਕ ਮੇਰੇ ਚੇਲੇ ਆ ਕੇ ਬਣ ਜਾਣ। ਉਹਨੂੰ ਸੋਚਾਂ ਦੇ ਵਿੱਚ ਪਿਆ ਹੋਇਆ ਗੋਰਖਨਾਥ ਵੀ ਕਿਹੜਾ ਐਸਾ ਉਪਾਅ ਕਰਾਂ, ਯਤਨ ਕਰਾਂ, ਕਿਹੜੀ ਐਸੀ ਜੁਗਤੀ ਬਣਾਵਾਂ ਜਿਹਦੇ ਨਾਲ ਗੁਰੂ ਨਾਨਕ ਜੀ ਨੂੰ ਮੈਂ ਆਪਣੀ ਮੱਤ ਵਿੱਚ ਲੈ ਆਵਾਂ। ਇਤ ਸ਼੍ਰੀ ਗੁਰ ਸੋਮਰਦਾਨ ਤਬੈ ਹਿਤ ਬੂਝਣ ਕੇ ਮੁਖ ਬਾਕ ਉਚਾਰੇ। ਇੱਧਰ ਕਹਿੰਦੇ ਉਹ ਹੁਣ ਆਪਣੀ ਸਿੱਧ ਮੰਡਲੀ ਸੁਮੇਰ ਪਰਬਤ ਦੀ ਚੋਟੀ ਤੇ ਪਹੁੰਚ ਗਿਆ। ਉਧਰ ਸੋਚਾਂ ਦੇ ਵਿੱਚ ਪਿਆ ਹੋਇਆ ਵੀ ਮੈਂ ਕਿਹੜਾ ਉਪਾਅ ਕਰਾਂ। ਇੱਧਰ ਹੁਣ ਕਹਿੰਦੇ ਗੁਰੂ ਨਾਨਕ ਸਾਹਿਬ ਜਿੱਥੇ ਅਸਥਾਨ ਤੇ ਬੈਠੇ ਸੀ ਉੱਥੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਣ ਲੱਗੇ, ਸවිਤਾ ਨਹਿ ਦੀਸਤ ਹੈ ਕਰੁਣਾਨਿਧ ਜੋ ਹਮ ਊਰਦ ਔਰ ਨਿਹਾਰੇ। ਮਹਾਰਾਜ ਜੀ ਸਵਤਾ ਕਹਿੰਦੇ ਸੂਰਜ ਨੂੰ। ਹੁਣ ਇੱਥੋਂ ਹਿਸਾਬ ਲਾਓ ਵੀ ਕਿੰਨੀ ਉਚਾਈ ਤੇ ਪਹੁੰਚੇ ਹੋਏ ਨੇ। ਕਹਿੰਦੇ ਸਵਤਾ ਮਹਾਰਾਜ ਜੀ ਸੂਰਜ ਨਹੀਂ ਦਿਖਾਈ ਦਿੰਦਾ ਪਿਆ। ਇਹ ਕਰੁਣਾ ਨਿਧਾਨ ਗੁਰੂ ਨਾਨਕ ਸਾਹਿਬ, ਮੈਂ ਉੱਚਾ ਦੇਖ ਰਿਹਾ, ਅੱਖਾਂ ਉੱਚੀਆਂ ਕਰਕੇ ਦੇਖਦਾ ਪਿਆ, ਮੈਨੂੰ ਸੂਰਜ ਦਿਖਾਈ ਨਹੀਂ ਦੇ ਰਿਹਾ ਹੈ। ਗੁਰ ਭਾਖਤ ਨੀਚੇ ਕੋ ਡੀਠ ਕਰੋ ਪਛਾਤ ਦਿਸ਼ਾ ਹੂੰ ਕੀ ਔਰ ਪਧਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਉੱਪਰ ਨਹੀਂ ਥੱਲੇ ਵੇਖੋ, ਪੱਛਮ ਦਿਸ਼ਾ ਦੇ ਵੱਲ। ਇਹਦਾ ਮਤਲਬ ਜਦੋਂ ਇਹ ਵਾਰਤਾਲਾਪ ਹੋਈ ਜਾਂ ਗੁਰੂ ਸਾਹਿਬ ਬੈਠੇ ਆ ਉਦੋਂ ਸ਼ਾਮ ਦਾ ਸਮਾਂ ਹੈ, ਸੂਰਜ ਢਲਣ ਦਾ ਸਮਾਂ ਹੈ। ਤੇ ਮਹਾਰਾਜ ਜੀ ਕਹਿੰਦੇ ਤੂੰ ਪੱਛਮ ਦਿਸ਼ਾ ਦੇ ਵੱਲ ਵੇਖ, ਸੂਰਜ ਤੈਨੂੰ ਉੱਤੇ ਦਿਖਾਈ ਨਹੀਂ ਦੇਗਾ, ਤੁਹਾਨੂੰ ਨੀਵਾਂ ਦਿਖਾਈ ਦੇਗਾ। ਇਸ ਉਚਾਈ ਦੇ ਉੱਤੇ ਕਹਿੰਦੇ ਬੈਠੇ ਭਾਈ ਮਰਦਾਨਾ ਜੀ ਨੇ ਪੁੱਛਿਆ ਤੇ ਮਹਾਰਾਜ ਕਹਿੰਦੇ ਉੱਚਾ ਨਹੀਂ, ਪੱਛਮ ਦਿਸ਼ਾ ਵੱਲ ਵੇਖ, ਤੈਨੂੰ ਸੂਰਜ ਨੀਵਾਂ ਦਿਖਾਈ ਦੇਵੇਗਾ। ਕੀਤੀ ਦੂਰ ਹੈ ਤਰਾ ਤੇ ਉੱਚੇ ਸੂਰਜ ਚੰਦ। ਕਹਿੰਦੇ ਸਤਿਗੁਰੂ ਮਹਾਰਾਜ ਫਿਰ ਇੱਕ ਹੋਰ ਜਵਾਬ ਦਿਓ ਵੀ ਇਹ ਧਰਤੀ ਤੋਂ ਆਸਮਾਨ ਜਿਹੜਾ ਹੈ, ਇਹ ਸੂਰਜ, ਇਹ ਚੰਦਰਮਾ ਇਹ ਕਿੰਨੀ ਕੁ ਦੂਰੀ ਤੇ ਹੋਣਗੇ। ਪੁਨ ਉਡਗਣ ਕੀ ਵਾਰਤਾ ਕਹੀਐ ਸਭ ਹੈ ਮੁਕੰਦ। ਇਹ ਮੁਕਤੀ ਦੇ ਦਾਤਾ, ਮੁਕੰਦ ਕਹਿੰਦੇ ਮੁਕਤੀ ਦਾ ਦਾਤਾ ਧੰਨ ਗੁਰੂ ਨਾਨਕ ਸਾਹਿਬ। ਉਡਗਣ ਕਹਿੰਦੇ ਨੇ ਤਾਰਿਆਂ ਨੂੰ। ਇਹ ਤਾਰੇ ਜਿਹੜੇ ਨੇ ਇਹਨਾਂ ਦੀ ਦੂਰੀ ਕਿੰਨੀ ਕੁ ਹੋਏਗੀ, ਸੂਰਜ ਚੰਦਰਮਾ ਦੀ ਜਿਹੜੀ ਦੂਰੀ ਹੈ ਉਹ ਕਿੰਨੀ ਕੁ ਹੋਵੇਗੀ। ਜੋਜਨ ਲੱਖ ਲਖੋ ਉਰਮੈ ਤਰ ਉੱਚੋ ਈਤੋ ਰਬ ਕੋ ਰਤ ਜਾਈ। ਰੱਬ ਵੀ ਸੂਰਜ ਨੂੰ ਕਹਿੰਦੇ ਆ। ਸੂਰਜ ਦੇ ਕਈ ਨਾਮ ਨੇ। ਸੂਰਜ ਜਿਵੇਂ ਪਰਮਾਤਮਾ ਇੱਕ, ਸੂਰਜ ਇੱਕ ਹੈ ਉਹਦੇ ਨਾਮ ਬਹੁਤ ਨੇ, ਇਸੇ ਤਰ੍ਹਾਂ ਪਰਮੇਸ਼ਵਰ ਇੱਕ ਹੈ ਪਰ ਉਹਦੇ ਨਾਮ ਬਹੁਤ ਨੇ। ਸਾਹਿਬ ਜੀ ਕਹਿੰਦੇ ਰੱਬ ਸੂਰਜ ਜਿਹੜਾ ਨਾ ਜਿਵੇਂ ਲੱਖਾਂ ਹੀ ਯੋਜਨ ਜਿਹੜੀ ਆ ਉਹ ਦੂਰੀ ਹੈ। ਯੋਜਨ ਵੀ ਕਈ ਪ੍ਰਕਾਰ ਦੇ ਨੇ, ਜਿਹੜੇ ਸੂਝਵਾਨ ਹੈ ਉਹਨਾਂ ਨੂੰ ਪਤਾ ਹੈ ਕਿ 2 ਕੋਹ ਦਾ ਵੀ ਯੋਜਨ ਬਣਦਾ ਹੈ, 4 ਕੋਹ ਦਾ ਵੀ ਬਣਦਾ ਹੈ। ਇਸ ਲਈ ਇਸ ਤੋਂ ਵੱਧ ਵੀ ਜਿਹੜੇ ਆ ਉਹ ਕੋਹ ਦਾ ਇੱਕ ਯੋਜਨ ਬਣਦਾ ਹੈ। ਤੇ ਮਹਾਰਾਜ ਕਹਿੰਦੇ ਲੱਖਾਂ ਯੋਜਨ ਜਿਹੜੇ ਨੇ ਉਹ ਦੂਰੀ ਹੈ ਇਸ ਧਰਤੀ ਤੋਂ ਸੂਰਜ ਦੀ। ਜੇ ਆਪਾਂ ਵਿਗਿਆਨ ਸਾਇੰਸ ਦੇ ਤਲ ਤੇ ਚੱਲੀਏ ਤੇ ਉਹਨਾਂ ਨੇ ਅੰਦਾਜ਼ਨ ਜਿਹੜਾ ਉਹ ਅੰਦਾਜ਼ਾ ਲਾਇਆ ਕਿ ਤਕਰੀਬਨ 150 ਮਿਲੀਅਨ ਕਿਲੋਮੀਟਰਸ
ਜਿਹੜੇ ਨੇ ਉਹ ਇਹਦੀ ਦੂਰੀ ਧਰਤੀ ਤੇ ਸੂਰਜ ਦੀ ਧੂੜ ਬਣਦੀ ਹੈ। ਜੇ ਆਪਾਂ ਦੇਖੀਏ ਸਰਚ ਕਰਕੇ ਤੇ ਵਿਗਿਆਨ ਨੇ ਜਿਹੜੀ ਖੋਜ ਕੀਤੀ ਹੈ ਉਹ ਤਕਰੀਬਨ 150 ਮਿਲੀਅਨ ਕਿਲੋਮੀਟਰ ਦਾ ਅੰਦਾਜ਼ਾ ਦੱਸਦੇ ਨੇ ਕਿ ਇੰਨੀ ਦੂਰੀ ਹੈ। ਔਰ ਧਰਤੀ ਤੋਂ ਆਸਮਾਨ ਤੱਕ ਜਾਣ ਲੱਗਿਆਂ ਜੋ ਰਾਕਟ ਦੇ ਰਾਹੀਂ ਜਾਇਆ ਜਾਵੇ ਤੇ ਤਕਰੀਬਨ 11 ਜਿਹੜੇ ਨੇ ਦਿਨ ਤੇ ਕੁਝ ਸਮਾਂ ਜਿਹੜਾ ਉੱਥੇ ਲੱਗਦਾ ਜਾਣ ਵਾਸਤੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਉਹ ਕਹਿਣ ਲੱਗੇ ਲੱਖਾਂ ਯੋਜਨ ਦੀ ਦੂਰੀ ਹੈ ਤਿਤਨੋ ਤਿਸ ਤੇ ਸਸ ਉਰਦ ਤਾਰਨ ਕੀ ਮੇਰੇ ਜਾਦ ਨ ਕਾਈ। ਮਹਾਰਾਜ ਜੀ ਕਹਿੰਦੇ ਇੰਨਾ ਹੀ ਸੱਸ ਕਹਿੰਦੇ ਚੰਦਰਮਾ ਨੂੰ, ਇੰਨੀ ਦੂਰੀ ਤੇ ਹੀ ਚੰਦਰਮਾ ਜਿਹੜਾ ਉਹ ਹੈ। ਔਰ ਤਾਰਿਆਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੋਈ ਨੀਵਾਂ ਹੈ ਤੇ ਕੋਈ ਉੱਚਾ ਹੈ। ਤਾਰੇ ਜਿਹੜੇ ਅਣਗਿਣਤ ਤਾਰੇ ਨੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ ਉਹ ਅਣਗਿਣਤ ਤਾਰੇ ਹੈ ਤੇ ਉਹ ਵੀ ਗ੍ਰਹਿ ਦੇ ਰੂਪ ਵਿੱਚ ਹੀ ਨੇ। ਅਣਗਿਣਤ ਤਾਰੇ ਜਿਹੜੇ ਨੇ ਉਹਨਾਂ ਦਾ ਕੋਈ ਵੀ ਗਿਣਤੀ ਮਿਣਤੀ ਨਾ ਜਿਹੜਾ ਨਹੀਂ ਹੈ, ਮਾਪ ਤੋਲ ਨਹੀਂ ਹੈ, ਉਹਦੀ ਦੂਰੀ ਨੂੰ ਮਾਪਿਆ ਨਹੀਂ ਜਾ ਸਕਦਾ। ਭਾਵ ਕਈ ਨੇੜੇ ਔਰ ਕਈ ਦੂਰ ਹਨ। ਊਚੇ ਅਦੋ ਤਿਨਕੇ ਪੁਰ ਹੈ ਸਭ ਕੇ ਸਿਰ ਉਪਰ ਤਰ ਸੁਹਾਈ। ਪਰ ਜਿਹੜਾ ਸਾਰਿਆਂ ਦੇ ਸਿਰ ਦੇ ਉੱਪਰ ਤਾਰਾ ਮੰਨਿਆ ਗਿਆ ਉਹ ਧਰੂ ਤਾਰਾ ਮੰਨਿਆ ਗਿਆ। ਫਿਰ ਬੇਨਤੀ ਕਰਾਂ ਇਹ ਤਾਰੇ ਜਿਹੜੇ ਅਸੀਂ ਵੇਖ ਰਹੇ ਹਾਂ ਇਹ ਵੀ ਇੱਕ ਗ੍ਰਹਿ ਨੇ, ਇੱਕ ਪੜਾਅ ਹੈ। ਕਹਿੰਦੇ ਨੇ ਧਰੂ ਵੀ ਭਗਤੀ ਕਰਦਾ ਕਰਦਾ ਉੱਥੇ ਤੱਕ ਸੁਰਤ ਲੈ ਗਿਆ ਸੀ ਆਪਣੀ। ਜੇ ਇਹ ਜੋਗੀ ਸੁਮੇਰ ਪਰਬਤ ਤੱਕ ਜਾ ਸਕਦੇ ਆ ਤੇ ਫਿਰ ਧਰੂ ਦੀ ਭਗਤੀ ਤੇ ਬਹੁਤ ਵੱਡੀ ਹੈ। ਇੰਨੀ ਵੱਡੀ ਭਗਤੀ ਹੈ ਧਰੂ ਦੀ, ਪ੍ਰਹਲਾਦ ਦੀ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੋਵਾਂ ਦੇ ਨਾਮ ਨੇ। ਤੇ ਜੇ ਦੋਵਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਨੇ, ਇਹਨਾਂ ਦੀ ਕਮਾਈ ਕਿੰਨੀ ਵੱਡੀ ਹੈ, ਇਹਨਾਂ ਦੀ ਭਗਤੀ ਕਿੰਨੀ ਵੱਡੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਭਾਵੇਂ ਕੋਈ 1 ਸਾਲ ਦਾ ਬੈਠੇ ਤੇ ਭਾਵੇਂ ਕੋਈ 100 ਸਾਲ ਦਾ ਬੈਠੇ, 100 ਸਾਲ ਵਾਲੇ ਨੂੰ ਵੀ ਉਹੀ ਉਪਦੇਸ਼ ਹੈ ਤੇ 1 ਸਾਲ ਵਾਲੇ ਨੂੰ ਵੀ ਉਹੀ ਉਪਦੇਸ਼ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ ਹੈ ਤੁਸੀਂ ਵੀ ਐਵੇਂ ਜਪੋ। ਪਰ ਜੇ 100 ਸਾਲ ਦਾ, ਚਲੋ ਅੱਜ ਤਾਂ ਕੋਈ ਵਿਰਲਾ ਹੀ ਹੈ ਨਾ, ਟਾਮਾ ਟਾਮਾ ਇੱਥੇ ਤੱਕ ਪਹੁੰਚਦਾ, ਨਹੀਂ ਤਾਂ ਹੁਣ ਤਾਂ 50 60 70 ਤੱਕ ਹੀ ਖੇਡ ਮੁੱਕਦੀ ਹੈ। ਜਿੰਨੇ ਵੀ ਆਪਾਂ ਉਮਰ ਦੇ ਬੈਠੇ ਆ ਵਡੇਰੀ ਦੇ, ਤੇ ਗੁਰੂ ਸਾਹਿਬ ਕਹਿੰਦੇ ਧਰੂ ਤੇ ਪ੍ਰਹਲਾਦ ਵਾਂਗੂ ਜਪ। ਜਿਵੇਂ ਉਹਨੇ ਦ੍ਰਿੜਤਾ ਰੱਖ ਕੇ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਪਰਮੇਸ਼ਵਰ ਦਾ ਨਾਮ ਜਪੇ। ਔਂਕੜਾਂ ਬੜੀਆਂ ਆਈਆਂ, ਬੜੀਆਂ ਮੁਸ਼ਕਲਾਂ ਇਹਨਾਂ ਦੇ ਰਾਹਾਂ ਵਿੱਚ ਆਈਆਂ, ਪਰ ਇਹਨਾਂ ਨੇ ਹਰ ਮੁਸ਼ਕਲ ਹਰ ਔਂਕੜ ਦਾ ਸਾਹਮਣਾ ਕਰਦਿਆਂ ਆਪਣੀ ਭਗਤੀ ਵਾਲੇ ਰਾਹ ਤੇ ਤੁਰਦੇ ਰਹੇ। ਸਾਡੇ ਜੀਵਨ ਵਿੱਚ ਵੀ ਬੜੇ ਉਤਰਾਅ ਚੜਾਅ ਆਉਂਦੇ ਨੇ। ਆਪਾਂ ਵੀ ਜਦੋਂ ਨਿਤਨੇਮ ਨਾਲ ਜੁੜਦੇ ਹਾਂ ਜਾਂ ਗੁਰੂ ਸਾਹਿਬ ਦੇ ਘਰ ਨਾਲ ਜੁੜਦੇ ਹਾਂ, ਬਾਣੀ ਦੇ ਧਾਰਨੀ ਬਣਦੇ ਹਾਂ, ਸੱਚ ਜਾਣਿਓ ਬੜੇ ਉਤਰਾਅ ਚੜਾਅ ਜ਼ਿੰਦਗੀ 'ਚ ਆਉਂਦੇ ਨੇ। ਦੁੱਖ ਸੁੱਖ ਬਹੁਤ ਆਉਂਦੇ ਨੇ, ਪਰ ਜੇ ਅੰਦਰ ਦ੍ਰਿੜਤਾ ਹੋਏਗੀ ਫਿਰ ਅਸੀਂ ਰਾਹ ਤੇ ਤੁਰੇ ਜਾਵਾਂਗੇ। ਹਰ ਔਂਕੜਾਂ ਦੂਰ ਹੁੰਦੀਆਂ ਜਾਣਗੀਆਂ, ਮੁਸ਼ਕਲਾਂ ਆਪੇ ਹੀ ਹੱਲ ਹੁੰਦੀਆਂ ਜਾਣਗੀਆਂ। ਤੇ ਜੇ ਡੋਲ ਗਏ, ਜੇ ਅਸੀਂ ਲੜਖੜਾ ਗਏ ਤੇ ਫਿਰ ਅਸੀਂ ਇੱਕ ਕਦਮ ਵੀ ਅੱਗੇ ਨਹੀਂ ਤੁਰ ਪਾਵਾਂਗੇ। ਇਸ ਲਈ ਸਾਹਿਬ ਕਹਿੰਦੇ ਜੇ ਆਪਣੇ ਅੰਦਰ ਭਗਤੀ ਦੀ ਦ੍ਰਿੜਤਾ ਰੱਖਣੀ ਆ ਤਾਂ ਧਰੂ ਤੇ ਪ੍ਰਹਲਾਦ ਵਾਂਗੂ ਰੱਖੋ। ਉਹ ਤਾਂ ਹੈ ਹੀ 5 ਸਾਲ ਦੀ ਉਮਰ ਸੀ। 5 ਸਾਲ ਦੀ ਉਮਰ ਵਿੱਚ ਇੰਨੀ ਭਗਤੀ ਕਰਕੇ ਵਿਖਾ ਦਿੱਤੀ। ਹਰ ਔਂਕੜ ਮੁਸ਼ਕਲ ਦਾ ਸਾਹਮਣਾ ਭਰੋਸਾ ਰੱਖ ਕੇ ਕੀਤਾ ਵੀ ਮਾਲਕਾ ਮੈਂ ਤੇ ਕੇਵਲ ਤੇਰਾ ਨਾਮ ਧਿਆਉਣਾ ਹੈ। ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਤੂੰ ਦੂਰ ਕਰਨਾ ਹੈ। ਰਾਹ ਵਿੱਚ ਆਉਣ ਵਾਲੀ ਜੀਵਨ ਵਿੱਚ ਜਿਹੜੀਆਂ ਆਉਣਗੀਆਂ ਔਖੀਆਂ ਘਾਟੀਆਂ ਉਹਨਾਂ ਤੋਂ ਤੂੰ ਪਾਰ ਲੰਘਾਉਣਾ ਹੈ। ਫਿਰ ਅਸੀਂ ਆਪਣੇ ਨਿਤਨੇਮ ਤੋਂ ਕਦੇ ਨਹੀਂ ਡੋਲਾਂਗੇ। ਫਿਰ ਸਾਡੀ ਜ਼ਿੰਦਗੀ ਦਾ ਨਿਤ ਦਾ ਨੇਮ ਸਾਡੇ ਤੋਂ ਕਦੇ ਨਹੀਂ ਖੁੰਝੇਗਾ। ਤੇ ਜੇ ਅੰਦਰ ਡਗਮਗਾ ਰਿਹਾ ਹੈ, ਭਰੋਸਾ ਨਹੀਂ ਹੈ, ਫਿਰ ਤੇ ਕਈ ਵੀ ਐਸੇ ਮਿਲਦੇ ਆ ਜਿਹੜੇ ਕਹਿੰਦੇ ਨਹੀਂ ਨਿਤਨੇਮ ਅਸੀਂ ਪੂਰਾ ਕਰਦੇ ਸਾਂ ਪਰ ਹੁਣ ਪਤਾ ਨਹੀਂ ਹੁੰਦਾ ਹੀ ਨਹੀਂ ਹੈ ਕਿਉਂਕਿ ਜੀਵਨ ਵਿੱਚ ਐਸੀ ਘੜੀ ਆ ਗਈ, ਐਸਾ ਸਮਾਂ ਆ ਗਿਆ, ਉਹ ਨਿਤਨੇਮ ਐਸਾ ਛੁੱਟਿਆ ਮੁੜ ਕੇ ਹੋਇਆ ਹੀ ਨਹੀਂ, ਡੁੱਲ ਗਏ ਨਾ। ਪਰ ਗੁਰੂ ਸਾਹਿਬ ਕਹਿੰਦੇ ਜੇ ਤੂੰ ਦ੍ਰਿੜਤਾ ਰੱਖ ਕੇ ਅੰਦਰ ਵਿਸ਼ਵਾਸ ਭਰੋਸਾ ਰੱਖ ਕੇ ਤੁਰਿਆ ਰਹਿ ਤੇ ਸੱਚ ਜਾਣੀ ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਮਹਾਰਾਜ ਕਹਿੰਦੇ ਫਿਰ ਉਹ ਤੈਨੂੰ ਔਖੀ ਘੜੀ ਦੇਖਣ ਨਹੀਂ ਦੇਗਾ। ਜੇ ਤੂੰ ਅੰਦਰ ਪੱਕਾ ਕਰਕੇ ਵਿਸ਼ਵਾਸ ਬਣਾ ਕੇ ਤੁਰੇ ਤਾਂ ਸੱਚ ਜਾਣੀ ਉਹ ਕਦਮ ਕਦਮ ਤੇ ਭਰੋਸਾ ਦਿਵਾਉਂਦਾ ਵੀ ਡੋਲੀ ਨਾ, ਮੈਂ ਤੇਰੇ ਹਰ ਵੇਲੇ ਅੰਗ ਸੰਗ ਤੇਰੇ ਨਾਲ ਆ, ਤੂੰ ਘਬਰਾਈ ਨਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਤੇ ਸੱਚ ਜਾਣਿਓ ਕਦੇ ਵੀ ਸਾਡੀ ਜ਼ਿੰਦਗੀ ਵਿੱਚੋਂ ਨਿਤ ਦਾ ਨੇਮ ਖੁੰਝੇਗਾ ਨਹੀਂ। ਅਸੀਂ ਇੱਕ ਦਾ ਦਰ ਛੱਡ ਕੇ ਦੂਜੇ ਦੇ ਦਰ ਤੇ ਨਹੀਂ ਭਟਕਾਂਗੇ ਕਦੇ ਵੀ। ਜੇ ਸਾਡੇ ਅੰਦਰ ਭਰੋਸਾ ਹੋਵੇਗਾ, ਬਾਣੀ ਪੜਨ ਦਾ ਮਤਲਬ ਹੈ ਅੰਦਰ ਇੱਕ ਨਿਸ਼ਚਾ ਰੱਖੋ। ਬਾਣੀ ਪੜਨ ਸੁਣਨ ਦਾ ਮਤਲਬ ਹੈ ਭਰੋਸਾ ਰੱਖੋ। ਜਿਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ, ਚੀਤ ਨਾ ਆਵੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਹੀਂ ਜਮ ਨਹੀਂ ਆਵੇ। ਉਹਦੇ ਨੇੜੇ ਤੇ ਜਮ ਨਹੀਂ ਆਉਣ ਦਿੰਦੇ ਜੇ ਕਿਤੇ ਭਰੋਸਾ ਰੱਖ ਕੇ ਤੁਰਿਆ ਜਾਵੇ ਤਾਂ। ਨਹੀਂ ਤੇ ਅਸੀਂ ਡਗਮਗਾ ਗਏ, ਡੋਲ ਗਏ, ਫਿਰ ਇੱਕ ਦਾ ਦਰ ਛੱਡ ਕੇ ਪਤਾ ਨਹੀਂ ਕਿੰਨੀਆਂ ਦਰਾਂ ਤੇ ਝੁਕਣਾ ਪਏਗਾ। ਪਰ ਜੇ ਅਸੀਂ ਦੇਖੋ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਸਾਖੀਆਂ, ਗੁਰਮੁਖਾਂ ਗੁਰਸਿੱਖਾਂ ਦੀਆਂ ਸਾਖੀਆਂ ਸਾਡੇ ਸਾਹਮਣੇ ਨੇ, ਕਿੰਨੀਆਂ ਔਂਕੜਾਂ ਆਈਆਂ। ਭਾਈ ਮੰਝ ਦੇ ਜੀਵਨ 'ਚ ਕਿੰਨੀ ਵੱਡੀ ਔਂਕੜ ਆ ਗਈ ਪਰ ਉਹ ਡੋਲੇ ਨਹੀਂ। ਚੌਧਰੀ ਸੀ ਆਪਣੇ ਪਿੰਡ ਦੇ, ਚੌਧਰੀ ਦੀ ਕੁਰਸੀ ਵੀ ਜਾਂਦੀ ਰਹੀ ਪਰ ਘਬਰਾਏ ਨਹੀਂ। ਪਿੰਡ ਤੋਂ ਬਾਹਰ ਵੀ ਹੋ ਗਏ, ਆਪਣਾ ਘਰ ਛੱਡ ਕੇ ਘਬਰਾਏ ਨਹੀਂ। ਦੂਸਰੇ ਇਲਾਕੇ 'ਚ ਜਾ ਕੇ ਰਹਿਣਾ ਤੇ ਰੋਜ਼ ਘਾਹ ਖੋਦ ਕੇ ਲਿਆ ਕੇ ਗੁਜ਼ਾਰਾ ਕਰਨਾ, ਘਬਰਾਏ ਨਹੀਂ। ਜਿਹੜਾ ਪਿੰਡ ਦਾ ਚੌਧਰੀ ਸੀ 10 ਬੰਦੇ ਨਾਲ ਤੁਰਨ ਵਾਲੇ ਸੀ, ਅੱਜ ਘਾਹ ਦੀ ਪੰਡ ਚੁੱਕ ਕੇ ਲਿਆਉਂਦਾ ਘਰ ਦਾ ਗੁਜ਼ਾਰਾ ਕਰਨ ਲਈ, ਪਰ ਘਬਰਾਇਆ ਨਹੀਂ। ਇੱਕ ਦਿਨ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੱਲ ਨਾਲ ਲਾ ਕੇ ਆਖਿਆ ਕਿ ਭਾਈ ਮੰਝ ਤੂੰ ਮੈਨੂੰ ਬੜਾ ਪਿਆਰਾ ਹੈ, ਤੇਰੇ ਜੀਵਨ ਵਿੱਚ ਬੜੀਆਂ ਔਖੀਆਂ ਘਾਟੀਆਂ ਆਈਆਂ, ਤੂੰ ਉਤਰਾਅ ਚੜਾਅ ਬੜੇ ਆਏ ਪਰ ਤੂੰ ਘਬਰਾਇਆ ਨਹੀਂ, ਤੂੰ ਡੁੱਲਿਆ ਨਹੀਂ, ਤੂੰ ਵਿਸ਼ਵਾਸ ਰੱਖ ਕੇ ਤੁਰਿਆ ਰਿਹਾ। ਸੱਚ ਜਾਣੀ ਤੂੰ ਵੀ ਤਰ ਗਿਆ ਤੇ ਅੱਗੋਂ ਪਤਾ ਨਹੀਂ ਕਿੰਨਿਆਂ ਨੂੰ ਤਾਰੇਗਾ ਤੂੰ। ਇਹ ਬਖਸ਼ਿਸ਼ ਦਿੱਤੀ। ਬੜੇ ਇਤਿਹਾਸ ਵਿੱਚ ਗੁਰਸਿੱਖਾਂ ਦੇ ਜੀਵਨ ਨੇ ਜਿੱਥੇ ਗੁਰੂ ਸਾਹਿਬ ਜੀ ਨੇ ਅੰਗ ਸੰਗ ਸਹਾਈ ਹੋ ਕੇ ਉਹਨਾਂ ਨੂੰ ਹਰ ਔਖੀ ਘਾਟੀ ਵਿੱਚੋਂ ਪਾਰ ਲੰਘਾਇਆ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹਨਾਂ ਤਾਰਿਆਂ ਦੇ ਵਿੱਚੋਂ ਇੱਕ ਸਿਰਮੌਰ ਤਾਰਾ ਹੈ ਜਿਹਨੂੰ ਧਰੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਬਾਰਕ ਪੰਚਹੀ ਸੰਮਤ ਕੋ ਹਠ ਕੀਨ ਵਡੋ ਜਿਨ ਕਾਲ ਕਮਾਈ। ਜਿਹਨੇ ਇੰਨੀ ਕਾਲ ਕਮਾਈ 5 ਬਰਖ 5 ਸਾਲ ਦੀ ਉਮਰ ਵਿੱਚ ਇੰਨੀ ਵੱਡੀ ਉਹਨੇ ਭਗਤੀ ਕੀਤੀ, ਕਮਾਈ ਕੀਤੀ ਜੋ ਸਾਰਿਆਂ ਦਾ ਸਿਰਮੌਰ ਬਣ ਗਿਆ। ਸੁਣ ਮਰਦਾਨਾ ਕਹੇ ਪ੍ਰਭੂ ਇੱਕ ਵੇਰ ਜੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇੰਨੀ ਗੱਲ ਕੀਤੀ ਅੱਗੋਂ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਮੇਰੀ ਇੱਕ ਬੇਨਤੀ ਹੈ। ਦਰਸ਼ਨ ਕੀਜੈ ਤਾਹੇ ਜੋ ਸਿਖਰ ਸੁਮੇਰ ਜੀ। ਜਿਹੜਾ ਆ ਸਿਖਰ ਸੁਮੇਰ ਪਰਬਤ ਦੀ ਜਿੱਥੇ ਚੋਟੀ ਤੇ ਆਪਾਂ ਪਹੁੰਚਣਾ ਹੈ ਸਤਿਗੁਰੂ ਮਹਾਰਾਜ ਜੀ ਉਹਦੇ ਵੀ ਉੱਥੇ ਵੀ ਮੈਨੂੰ ਦੀਦਾਰ ਜਿਹੜਾ ਉਹ ਕਰਵਾਉਣਾ ਕਰੋ। ਬਾਲਕ ਬੈਸ ਵਿਸਾਲ ਤਪਿਓ ਤਪ ਕਠਨ ਜਹ। ਜਿਹਨੇ ਇੰਨਾ ਕਠਨ ਤਪ ਕੀਤਾ, ਕਿੰਨੀਆਂ ਮੁਸ਼ਕਲਾਂ ਆਈਆਂ, ਰਸਤੇ ਵਿੱਚ ਕਿੰਨੀਆਂ ਔਂਕੜਾਂ ਆਈਆਂ, ਪਰ ਉਹਨੇ ਪ੍ਰਵਾਹ ਨਾ ਕਰਦਿਆਂ ਹੋਇਆਂ ਇੰਨੀ ਵੱਡੀ ਘਾਲਣਾ ਘਾਲੀ, ਇੰਨੀ ਵੱਡੀ ਕਮਾਈ ਕੀਤੀ, ਉਸ ਥਾਂ ਤੱਕ ਵੀ ਕਿਤੇ ਤੁਸੀਂ ਲਿਜਾਣਾ ਕਰੋ। ਹੋ ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮੈਂ। ਜਿਹਨੇ ਅਬ ਚੱਲ ਸਤਿਗੁਰੂ ਜੀ ਪਦਵੀ ਨੂੰ ਪਾਲ, ਉਹ ਪਦਵੀ ਪਾਲੀ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਕੇ, ਦੁੱਖ ਸੁੱਖ ਖੁਸ਼ੀ ਗਮ ਵਾਧੇ ਘਾਟੇ ਤੋਂ ਨਿਆਰਾ ਹੋ ਕੇ ਜਿਹਨੇ ਉਸ ਪਦਵੀ ਨੂੰ ਪਾਲਿਆ ਜਿਹਨੂੰ ਕੋਈ ਡੁਲਾ ਹੀ ਨਹੀਂ ਸਕਦਾ।
ਜਿੱਥੇ ਜਾ ਕੇ ਡੋਲਣਾ ਹੋ ਹੀ ਨਹੀਂ ਸਕਦਾ, ਆਤਮਿਕ ਅਡੋਲਤਾ ਜਿੱਥੇ ਬਣਦੀ ਹੈ। ਬਿਗਸੇ ਪੰਕਜ ਬਦਨ ਬਚਨ ਮੁਖ ਸੋ ਭਣਿਓ। ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਮੁਸਕਰਾਏ ਤੇ ਮੁਸਕਰਾ ਕੇ ਆਪਣੀ ਰਸਨਾ ਤੋਂ ਬੋਲਣ ਲੱਗੇ। ਮਰਦਾਨਾ ਕਿਆ ਕਹਿਤ ਹਿਰਦੈ ਤੁਮ ਕਿਵ ਗਣਿਓ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ, ਸਮੇਰ ਪਰਬਤ ਤੇ ਜਾਣ ਵਾਸਤੇ ਤਾਂ ਆਪਾਂ ਆਏ ਹਾਂ। ਧਰੂ ਤਾਰੇ ਦੀ ਗੱਲ ਤੁਹਾਡੇ ਨਾਲ ਕੀਤੀ ਆ ਵੀ ਉਹ ਪਦਵੀ ਇੰਨੀ ਉੱਚੀ ਪਦਵੀ ਇਹਨੇ ਪਾ ਲਈ ਸੀ, ਇੰਨੀ ਉੱਚੀ ਸੁਰਤ ਨੂੰ ਲਿਜਾਣਾ ਕੀਤਾ ਧਰੂ ਨੇ ਭਗਤੀ ਕਰਕੇ, ਉਹਦੀ ਘਾਲਣਾ ਇੰਨੀ, ਉਹਦੀ ਕਮਾਈ ਇੰਨੀ ਵੱਡੀ ਹੈ। ਹੁਣ ਤੁਸੀਂ ਇਹ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਕੀ ਵਿਚਾਰ ਕੀਤੀ ਹੈ? ਆਗੇ ਚਾਹਤ ਚਲਿਓ ਪਿਖਣ ਤੂ ਥਾਨ ਕੋ। ਕਹਿੰਦੇ ਅੱਗੇ ਜਿਹੜਾ ਹੁਣ ਸਮੇਰ ਪਰਬਤ ਤੇ ਤਾਂ ਜਾਣਾ ਹੀ ਜਾਣਾ ਆਪਾਂ, ਅੱਗੇ ਜਿਹੜਾ ਧਰੂ ਦਾ ਇੱਕ ਉੱਚ ਕੋਟੀ ਦਾ ਅਸਥਾਨ ਹੈ, ਇਹ ਉਸ ਬਾਰੇ ਕੀ ਖਿਆਲ ਹੈ? ਹੋ ਤੁਮ ਨਿਜ ਮਨ ਕੀ ਦੇਹ ਚਹੋ ਕੇ ਨਾ ਜਾਣ ਕੋ। ਆਪਣੇ ਮਨ ਦੀ ਗੱਲ ਦੱਸ ਵੀ ਤੂੰ ਸਮੇਰ ਪਰਬਤ ਤੱਕ ਹੀ ਜਾਣਾ ਚਾਹੁੰਦਾ ਜਾਂ ਅੱਗੇ ਵੀ ਜਾਣਾ ਚਾਹੁੰਦਾ ਹੈ ਕਿ ਨਹੀਂ ਜਾਣਾ ਚਾਹੁੰਦਾ? ਵੈਸੇ ਹੀ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਭਾਈ ਮਰਦਾਨਾ ਜੀ ਨੂੰ ਪੁੱਛਣਾ ਕੀਤਾ। ਸ਼੍ਰੀ ਅੰਗਦ ਜੀ ਸੁਣੋ ਬਚਨ ਤਬ ਮੈਂ ਕਹੇ। ਕਹਿੰਦੇ ਅੱਗੋਂ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਗੁਰੂ ਅੰਗਦ ਸਾਹਿਬ ਜੀ, ਕਿਉਂਕਿ ਇਤਿਹਾਸ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਬੈਠ ਕੇ ਸੁਣਾ ਰਹੇ ਨੇ। ਭਾਈ ਪੈੜਾ ਜੀ ਨਾਲ ਲਿਖ ਰਹੇ ਨੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਕਹਿੰਦੇ ਸ਼੍ਰੀ ਅੰਗਦ ਜੀ ਸੁਣੋ ਬਚਨ ਤਬ ਮੈਂ ਕਹੇ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਭਾਈ ਮਰਦਾਨਾ ਜੀ ਤੇਰੀ ਇੱਛਾ ਅੱਗੇ ਜਾਣ ਦੀ ਹੈ ਕਿ ਨਹੀਂ ਹੈ, ਅੱਗੋਂ ਕਹਿੰਦੇ ਭਾਈ ਮਰਦਾਨਾ ਜੀ ਹਜੇ ਕੁਝ ਬੋਲਦੇ, ਗੁਰੂ ਅੰਗਦ ਸਾਹਿਬ ਜੀ ਉਸ ਤੋਂ ਪਹਿਲਾਂ ਮੈਂ ਬੋਲ ਪਿਆ। ਮੈਂ ਦਾ ਅਰਥ ਭਾਈ ਬਾਲਾ ਜੀ, ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਬੋਲਣਾ ਕੀਤਾ। ਮਰਦਾਨਾ ਜੋ ਕਹਿਤ ਸੋਨੀ ਕੀ ਬਿਦ ਹੈ। ਕਹਿੰਦੇ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੇ ਜੋ ਕਿਹਾ ਹੈ ਉਹ ਠੀਕ ਹੈ, ਉਹਦੀ ਇੱਛਾ ਇਹੀ ਹੈ ਕਿ ਮੈਂ ਸਮੇਰ ਪਰਬਤ ਦੇ ਨਾਲ ਨਾਲ ਉਸ ਧਰੂ ਦੇ ਅਸਥਾਨ ਨੂੰ ਵੀ ਵੇਖਣਾ ਚਾਹੁੰਦਾ ਹਾਂ। ਜੇ ਉਰਦ ਹੈ ਥਾਨ ਬਸਤ ਜੇ ਤਿਨ ਹੈ ਮੈਂ। ਕਹਿੰਦੇ ਨੇ ਜਿਹੜਾ ਇੰਨਾ ਉਰਦ ਮੈਨੇ ਉੱਚਾ, ਜਿਹੜਾ ਇੰਨਾ ਉੱਚਾ ਅਸਥਾਨ ਹੈ ਉੱਥੇ ਜਿਹੜੇ ਵਸਦੇ ਹੋਣਗੇ। ਹੋ ਸਭੈ ਬਿਲੋਕਣ ਚਾਹੇ ਅਦਕ ਮਮ ਮਨ ਹੈ ਮੈਂ। ਸਮੇਰ ਪਰਬਤ ਤੇ ਵੀ ਜਿਹੜੇ ਸਿੱਧ ਮੰਡਲੀ ਵਸਦੀ ਹੈ ਉਹਨਾਂ ਨੂੰ ਦੇਖਣ ਦੀ ਚਾਹਤ ਹੈ ਸਾਡੇ ਅੰਦਰ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਸਮੇਰ ਪਰਬਤ ਦੀ ਚੋਟੀ ਤੇ ਵੀ ਪਹੁੰਚ ਕੇ ਉੱਥੋਂ ਦੀ ਸਿੱਧ ਮੰਡਲੀ ਨੂੰ ਦੇਖਿਆ ਜਾਵੇ। ਇਸ ਵਿਦ ਹਮਕੋ ਬੂਝ ਦਿਨ ਦੁਖ ਭੰਜਨੰ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ। ਗਮਨੇ ਆਗੇ ਬਹੁਰ ਮਾਨ ਸਿਧ ਗੰਜਨੰ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮਾਨ ਦਾ ਅਰਥ ਹੁੰਦਾ ਹੈ ਹੰਕਾਰ, ਜਿਨ੍ਹਾਂ ਵੱਡੇ ਵੱਡੇ ਅਹੰਕਾਰੀਆਂ ਦਾ ਹੰਕਾਰ ਤੋੜਨ ਵਾਲੇ ਨੇ। ਧੰਨ ਗੁਰੂ ਨਾਨਕ ਸਾਹਿਬ ਵੱਡੇ ਵੱਡੇ ਅਹੰਕਾਰੀ ਗੁਰੂ ਸਾਹਿਬ ਜੀ ਨੇ ਜੋ ਯਾਤਰਾਵਾਂ ਕੀਤੀਆਂ ਨੇ, ਜੋ ਸਾਹਿਬ ਜੀ ਨੇ ਭਰਮਣ ਕੀਤਾ ਸਿੱਖੀ ਦੇ ਪ੍ਰਚਾਰ ਵਾਸਤੇ, ਇਸ ਰਾਹ ਵਿੱਚ ਕਿੰਨੇ ਵੱਡੇ ਵੱਡੇ ਘਮੰਡੀ ਹੰਕਾਰੀ ਆਏ ਨੇ। ਪਰ ਜਿਹੜਾ ਵੀ ਆਇਆ ਉਹਨੇ ਆਪਣਾ ਕਮੰਡ ਹੰਕਾਰ ਛੱਡ ਕੇ ਗੁਰੂ ਨਾਨਕ ਸਾਹਿਬ ਅੱਗੇ ਝੁਕਣਾ ਕੀਤਾ। ਇਸ ਲਈ ਹੰਕਾਰ ਨੂੰ ਤੋੜਨ ਵਾਲੇ, ਦੁੱਖਾਂ ਦੇ ਨਾਸ਼ ਕਰਤਾ ਆਗੇ ਬਹੁਰ ਸਤਿਗੁਰੂ ਜੀ ਅੱਗੇ ਨੂੰ ਚੱਲਣ ਦੀ ਤਿਆਰੀ ਕਰਦੇ ਹਨ। ਇੱਕ ਪਹਾੜ ਪਰ ਗਏ ਜਾਏ ਵੈਸੇ ਤਬੈ। ਸਾਹਿਬ ਜੀ ਕਹਿੰਦੇ ਚਲੋ ਫਿਰ ਅੱਗੇ ਨੂੰ ਚੱਲੇ ਪਾਈਏ ਆਪਾਂ। ਉਸ ਥਾਂ ਤੋਂ ਉੱਠ ਕੇ ਅੱਗੇ ਨੂੰ ਚੱਲੇ ਨੇ ਤੇ ਬਹੁਤ ਉਚਾਈ ਤੇ ਜਦੋਂ ਗਏ ਇੱਕ ਹੋਰ ਪਹਾੜੀ ਜਿਹੜੀ ਆਉਂਦੀ ਹੈ। ਹੋ ਉਨਾ ਤਾਂ ਕੋ ਨਾਮ ਬਤਾਇਓ ਗੁਰ ਤਬੈ। ਜਦੋਂ ਉਸ ਪਹਾੜੀ ਤੇ ਪਹੁੰਚੇ ਨੇ, ਹੋਰ ਉਚਾਈ ਤੇ ਗਏ ਨੇ ਤੇ ਇੱਕ ਥਾਂ ਤੇ ਆ ਕੇ ਗੁਰੂ ਸਾਹਿਬ ਜੀ ਰੁਕ ਗਏ ਤੇ ਫਿਰ ਪੁੱਛਿਆ ਮਹਾਰਾਜ ਜੀ ਹੁਣ ਇਹ ਕਿਹੜੀ ਥਾਂ ਹੈ, ਇਹ ਪਹਾੜੀ ਕਿਹੜੀ ਹੈ? ਸਾਹਿਬ ਜੀ ਨੇ ਦੱਸਿਆ, ਮਹਾਰਾਜ ਜੀ ਕਹਿੰਦੇ ਨੇ ਇਸ ਪਹਾੜੀ ਦਾ ਨਾਮ ਹੈ ਊਨਾ। ਊਨਾ ਇਸ ਜਗ੍ਹਾ ਦਾ ਨਾਮ ਹੈ। ਉਤ ਗੋਰਖ ਕੀ ਸੁਣੋ ਬੁਲਾਏ ਸਿੱਧ ਸਭੈ। ਹੁਣ ਕਵੀ ਜੀ ਕਹਿੰਦੇ ਨੇ ਸੁਰਤ ਦੂਜੇ ਪਾਸੇ ਲੈ ਚਲੋ, ਕਿਉਂਕਿ ਦੋ ਜਿਹੜੇ ਨੇ ਵਿਚਾਰਾਂ ਚੱਲ ਰਹੀਆਂ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਵਾਲੀ ਔਰ ਇੱਕ ਉਧਰ ਗੋਰਖਨਾਥ ਵਾਲੀ। ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲ ਕੇ ਗਿਆ, ਆਪਣੇ ਸਮੇਰ ਪਰਬਤ ਚੋਟੀ ਤੇ ਪਹੁੰਚਿਆ ਤੇ ਚਿੰਤਤ ਹੈ ਕਿ ਕਿਹੜਾ ਯਤਨ, ਕਿਹੜਾ ਉਪਾਅ ਕਰਾਂ ਜਿਹਦੇ ਨਾਲ ਗੁਰੂ ਸਾਹਿਬ ਝੁਕ ਜਾਣ ਮੇਰੇ ਅੱਗੇ। ਇੱਧਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਊਨਾ ਪਹਾੜੀ ਦੀ ਉਸ ਚੋਟੀ ਤੇ ਪਹੁੰਚੇ ਨੇ। ਹੁਣ ਕਵੀ ਜੀ ਕਹਿੰਦੇ ਨੇ ਉਤ ਮੈਨੇ ਦੂਜੇ ਪਾਸੇ ਚਲੀਏ ਆਪਾਂ। ਗੋਰਖ ਕੀ ਸੁਣੋ, ਗੋਰਖਨਾਥ ਦੀ ਕਥਾ ਸੁਣੋ। ਬੁਲਾਏ ਸਿੱਧ ਸਭੈ, ਇਹਨੇ ਸਾਰੀ ਸਿੱਧ ਮੰਡਲੀ ਜਿਹੜੀ ਸੀ ਬੁਲਾਉਣਾ ਕੀਤੀ ਹੈ। ਬੈਠੇ ਮਜਲਸ ਲਾਏ ਕੀਏ ਆਸਣ ਤਬੈ। ਸਾਰੇ ਆਪਣੇ ਆਪਣੇ ਆਸਨ ਲਾ ਕੇ ਬੈਠੇ ਨੇ। 84 ਜਿਹੜੇ ਸਿੱਧ, ਇਹਨਾਂ ਦੇ ਆਸਨ ਵੀ ਇੰਨੇ ਹੀ ਨੇ, ਵੱਖਰੇ ਵੱਖਰੇ ਆਸਨ ਲਾ ਕੇ ਬੈਠੇ ਨੇ। ਜੋਗੀਆਂ ਦੇ ਵੈਸੇ 12 ਫਿਰਕੇ ਨੇ, ਵੱਖਰੇ ਵੱਖਰੇ ਫਿਰਕੇ ਨੇ। ਸਾਧੂਆਂ ਦੇ ਖੱਟ ਦਰਸ਼ਨ 6 ਭੇਖ ਨੇ ਉਹਨਾਂ ਦੇ, ਇਸੇ ਤਰ੍ਹਾਂ ਜੋਗੀਆਂ ਦੇ 12 ਫਿਰਕੇ ਨੇ। ਕਹਿੰਦੇ ਜਿੰਨੇ ਵੀ ਇਹ ਸਿੱਧ ਮੰਡਲੀ ਸੀ ਨਾ, ਇਹ ਸਾਰੀ ਆ ਕੇ ਬੈਠ ਗਈਆਂ। ਮਜਲਸ ਦਾ ਅਰਥ ਹੁੰਦਾ ਸਲਾਹ ਮਸ਼ਵਰਾ ਕਰਨ ਵਾਸਤੇ। ਹੁਣ ਗੋਰਖਨਾਥ ਨੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨਾ ਹੈ, ਕਿਵੇਂ ਗੁਰੂ ਸਾਹਿਬ ਨੂੰ ਮੇਰੇ ਅੱਗੇ ਝੁਕਾਇਆ ਜਾ ਸਕੇ। ਕਹਿੰਦੇ ਸਾਰੀ ਸਿੱਧ ਮੰਡਲੀ ਆਪਣਾ ਆਪਣਾ ਆਸਨ ਲਾ ਕੇ ਬੈਠਦੀ ਹੈ। ਕਹਿ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਹਿ ਲਿਓ। ਕਹਿੰਦੇ ਕਈ ਜਿਹੜੇ ਨੇ ਉਹ ਮਿਰਗ ਚਰਮ ਕਹਿੰਦੇ ਖੱਲ, ਕਈ ਹਿਰਨ ਦੀ ਖੱਲ ਉੱਤੇ ਆਸਨ ਲਾ ਕੇ ਬੈਠੇ ਹੋਏ ਨੇ। ਸਿੰਘ ਦਾ ਅਰਥ ਹੁੰਦਾ ਸ਼ੇਰ, ਕਈ ਸ਼ੇਰ ਦੀ ਖੱਲ ਜਿਹੜੀ ਹੈ ਉਹਦੇ ਉੱਤੇ ਆਸਨ ਲਾ ਬੈਠੇ ਹਨ। ਹੋ ਕਹਿ ਖਿੰਥਾ ਗਰ ਪਹਿਰ ਜਾਹੇ ਰੰਗ ਬਹੁ ਕੀਓ। ਕਹਿੰਦੇ ਕਈ ਜਿਹੜੇ ਨੇ ਉਹ ਗੋਦੜੀ ਆਪਣੀ ਪਾ ਕੇ, ਖਿੰਥਾ ਜਿਹੜੀ ਹੈ ਉਹ ਆਪਣਾ ਪਹਿਰਾਵਾ ਪਾ ਕੇ ਬੈਠੇ ਹਨ। ਫਟਕ ਮੁਦਰਾ ਪਹਿਰ ਚੀਰ ਦਵੈ ਕਾਨ ਕੋ। ਉਸ ਵੇਲੇ ਕਈਆਂ ਦੇ ਕਹਿੰਦੇ ਨੇ ਕੱਚ ਦੀਆਂ ਜਿਹੜੀਆਂ ਮੁੰਦਰਾਂ ਨੇ ਉਹਨਾਂ ਜੋਗੀਆਂ ਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਹਨ। ਹਾਥ ਬੈਰਾਗਣ ਧਰੇ ਮਨ ਹੋ ਕਰ ਮਾਨ ਕੋ। ਕਹਿੰਦੇ ਨੇ ਇਹਨਾਂ ਦੇ ਹੱਥਾਂ ਵਿੱਚ ਬੈਰਾਗਣ ਜਿਹੜੀ ਆ ਉਹ ਪਕੜੀ ਹੋਈ ਹੈ ਔਰ ਅੰਦਰ ਸਾਰੇ ਹੀ ਮਾਣ ਨਾਲ ਭਰੇ ਪਏ ਨੇ, ਹੰਕਾਰ ਨਾਲ। ਇੰਨੀ ਚੋਟੀ ਤੇ ਪਹੁੰਚ ਕੇ ਵੀ ਹੰਕਾਰ ਦੇ ਨਾਲ ਭਰੇ ਪਏ ਨੇ। ਇਰਦੀਆਂ ਸਦੀਆਂ ਪਾਉਣ ਵਾਲੇ, ਜੋਗ ਆਸਨ ਲਾ ਕੇ ਕਹਿੰਦੇ ਨੇ ਇਹ ਜਪ ਤਪ ਕਰਨ ਵਾਲੇ ਜਿੰਨੇ ਵੀ ਗੁਰੂ, ਕਿਉਂਕਿ ਗੁਰੂ ਜਿਹੜਾ ਇਹਨਾਂ ਦਾ ਹੰਕਾਰੀ ਹੈ ਤੇ ਜੇ ਗੁਰੂ ਹੰਕਾਰੀ ਹੋਏਗਾ ਤੇ ਫਿਰ ਚੇਲੇ ਕਿਦਾਂ ਦੇ ਹੋਣਗੇ। ਇਸ ਲਈ ਗੁਰੂ ਜਿਨ੍ਹਾਂ ਦਾ ਅੰਦਲਾ ਹੋਏਗਾ ਤੇ ਫਿਰ ਅੱਗੋਂ ਚੇਲੇ ਕਿਦਾਂ ਦੇ ਹੋਣਗੇ। ਜੇ ਗੁਰੂ ਅੰਦਰੋਂ ਵਿਕਾਰੀ ਹੋਏਗਾ ਤੇ ਅੱਗੋਂ ਜਿਹੜੇ ਚੇਲੇ ਨੇ ਉਹ ਕਿਦਾਂ ਦੇ ਹੋਣਗੇ। ਅਸੀਂ ਕਿਸ ਗੁਰੂ ਤੋਂ ਬਲਹਾਰੇ ਜਾਣਾ? ਜੋ ਗੁਰੂ ਆਪ ਮੁਕਤ ਹੈ ਤੇ ਸਾਡੇ ਵਰਗਿਆਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ। ਜੋ ਗੁਰੂ ਪਾਰਸ ਦਾ ਰੂਪ ਹੈ, ਜੋ ਸਾਡੇ ਵਰਗੇ ਗਲੀਆਂ ਹੋਇਆਂ ਨੂੰ, ਸੜਿਆਂ ਹੋਇਆਂ ਨੂੰ ਆਪਣੇ ਨਾਲ ਚੁਗਾ ਕੇ ਫਿਰ ਖਰਾ ਕਰ ਦੇਣ ਵਾਲਾ ਹੈ। ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਉਹ ਪੂਰਾ ਗੁਰੂ ਹੈ। ਦੂਜੇ ਪਾਸੇ ਗੁਰੂ ਉਹ ਵੈਦ ਹੈ ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕੋਈ ਇਸ ਤਰ੍ਹਾਂ ਦਾ ਰੋਗ ਨਹੀਂ ਹੈ, ਜਿਹੜਾ ਸਾਡੇ ਵਰਗੇ ਰੋਗੀਆਂ ਦੇ ਰੋਗ ਦੂਰ ਕਰਨ ਵਾਲਾ ਹੈ। ਉਸ ਗੁਰੂ ਤੋਂ ਅਸੀਂ ਸੱਦ ਕੇ ਜਾਣਾ। ਐਸੇ ਗੁਰੂ ਕੋ ਬਲ ਬਲ ਜਾਈਏ। ਜਾਂ ਫਿਰ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਕਹਿੰਦੇ ਨੇ ਅਸੀਂ ਲੋਹੇ ਦੀ ਤਰ੍ਹਾਂ ਗਲੇ ਸੜੇ ਹੋਏ ਹਾਂ, ਜੰਗਾਲੇ ਹੋਏ ਹਾਂ, ਅੰਦਰ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ। ਤੇ ਜੇ ਅਸੀਂ ਗੁਰੂ ਸ਼ਬਦ ਨਾਲ ਆ ਕੇ ਮਨ ਨੂੰ ਜੋੜਾਂਗੇ ਤੇ ਮਨ ਜਿਹੜਾ ਉਹ ਖਰਾ ਹੋ ਜਾਏਗਾ। ਇਹਦੇ ਅੰਦਰ ਜਿਹੜਾ ਵਿਕਾਰਾਂ ਕਰਕੇ ਗਲਿਆ ਹੋਇਆ ਹੈ ਇਹ ਬਿਲਕੁਲ ਅੰਦਰੋਂ ਰਾਜ਼ੀ ਹੋ ਜਾਏਗਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਸੁਣਨਾ ਹੈ। ਜਦੋਂ ਇੱਕ ਰੋਗੀ ਦੀ ਕੁਟੀਆ ਵਿੱਚ ਉਹਦੇ ਰੋਗੀ ਦੀ ਸੇਵਾ ਕਰਦੇ ਆ ਤੇ ਜਿੱਥੇ ਮਹਾਰਾਜ ਨੇ ਆਖਿਆ ਸੀ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ।
ਅਸੀਂ ਉਸ ਗੁਰੂ ਦੇ ਲੜ ਲੱਗ ਕੇ ਬਲਹਾਰੇ ਜਾਣਾ ਹੈ। ਸਾਹਿਬ ਜੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਹੜੇ ਰੋਗ ਤੋਂ ਰਹਿਤ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਹੰਕਾਰ ਸਭ ਤੋਂ ਵੱਡੀ ਬਿਮਾਰੀ ਹੈ, ਇਹ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ, ਭਿਆਨਕ ਰੋਗ ਹੈ। ਇਸ ਲਈ ਇਹ ਜਿੰਨੇ ਵੀ ਸਿੱਧ ਮੰਡਲੀ ਬੈਠੀ ਆ ਨਾ, ਗੋਰਖਨਾਥ ਦੇ ਸਮੇਤ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਸਾਰੀ ਮਾਣ ਨਾਲ ਭਰੇ ਪਏ ਆ, ਹੰਕਾਰ ਦੇ ਨਾਲ ਭਰੇ ਹੋਏ, ਇਸ ਤਰ੍ਹਾਂ ਦਾ ਭੇਖ ਬਣਾ ਕੇ ਬੈਠੇ ਹੋਏ ਨੇ, ਇਸ ਤਰ੍ਹਾਂ ਦੇ ਰੰਗ ਵਿੱਚ ਆਪਣਾ ਆਪਣਾ ਆਸਨ ਲਾ ਕੇ ਬੈਠੇ ਹਨ। ਸਵੇਤ ਵਿਭੂਤ ਸਰੀਰ ਲਗਾਏ ਬਣਾਇ ਕੈ। ਉਸ ਵੇਲੇ ਕਹਿੰਦੇ ਜਿੰਨੇ ਵੀ ਸਨ ਸਾਰਿਆਂ ਨੇ, ਸਵੇਤ ਦਾ ਅਰਥ ਹੁੰਦਾ ਚਿੱਟਾ, ਇਹਨਾਂ ਸਾਰਿਆਂ ਨੇ ਤਨ ਉੱਤੇ ਚਿੱਟੇ ਰੰਗ ਦੀ ਵਿਭੂਤੀ, ਸੁਆਹ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਹਿੰਦੇ ਇਹਨਾਂ ਸਾਰਿਆਂ ਦੇ ਸਰੀਰਾਂ ਦੇ ਉੱਤੇ ਚਿੱਟੇ ਰੰਗ ਦੀ ਵਿਭੂਤੀ ਮੱਲੀ ਹੋਈ ਹੈ। ਹੋ ਸਿੰਘੀ ਲੇਕਰ ਮਾਹੇ ਬਜਾਏ ਸੁਨਾਇ ਕੈ। ਔਰ ਕਈਆਂ ਦੇ ਹੱਥ ਵਿੱਚ ਸਿੰਘੀ, ਉਹ ਸਾਜ਼ ਹੈ ਵਜਾਉਣ ਵਾਲਾ, ਤੇ ਕਈ ਜਿਹੜੇ ਨੇ ਉਹ ਸਿੰਘੀ ਲੈ ਕੇ ਉਹਨੂੰ ਵਜਾ ਰਹੇ ਹਨ। ਫਰੂਆ ਫਹੋਰੀ ਹੱਥ ਪਤਾਕਾ ਕਰ ਕਿਸੀ। ਕਈਆਂ ਦੇ ਹੱਥ ਵਿੱਚ ਕਹਿੰਦੇ ਠੂਠਾ ਪਕੜਿਆ ਹੋਇਆ, ਕਈਆਂ ਦੇ ਹੱਥ ਵਿੱਚ ਫਹੋਰੀ ਪਕੜੀ ਹੋਈ, ਤੇ ਪਤਾਕਾ ਕਹਿੰਦੇ ਆ ਜਿਹੜਾ ਨਿਸ਼ਾਨ ਹੁੰਦਾ ਨਾ, ਉਹਦਾ ਜਿਹੜਾ ਫਰਰਾ ਹੁੰਦਾ, ਫਰਰਾ। ਕਈਆਂ ਦੇ ਹੱਥਾਂ ਦੇ ਵਿੱਚ ਉਹ ਨਿਸ਼ਾਨ ਵਾਲੇ ਫਰਰੇ ਜਿਹੜੇ ਨੇ ਉਹ ਪਕੜੇ ਹੋਏ ਹਨ। ਕਹਿ ਸੇਲੀ ਗਰੇ ਪਾਏ ਕੁਪੀਨੈ ਕਟ ਕਸੀ। ਕਹਿਣ ਲੱਗੇ ਕਈਆਂ ਦੇ ਲੰਗੋਟ ਜਿਹੜਾ ਹੈ ਉਹ ਲੱਕ ਦੇ ਨਾਲ ਪਾਇਆ ਹੋਇਆ ਹੈ, ਔਰ ਕਈਆਂ ਨੇ ਕਹਿੰਦੇ ਨੇ ਉਸ ਵੇਲੇ ਗਲ ਵਿੱਚ ਮਾਲਾ ਜਿਹੜੀ ਹੈ ਉਹ ਪਹਿਨੀ ਹੋਈ ਹੈ। ਮੂਛੇ ਸ਼ਮਸ ਵਿਸਾਲ ਸੀਸ ਮੁੰਡਤ ਕਰੇ। ਕਹਿੰਦੇ ਨੇ ਨਾ ਇਹਨਾਂ ਦੇ ਜਿਹੜੇ ਨੇ ਮੁੱਖ ਉਤੇ ਮੁੱਛਾਂ ਨੇ, ਤੇ ਨਾ ਸ਼ਮਸ਼ ਕਹਿੰਦੇ ਦਾੜੇ ਨੂੰ, ਨਾ ਇਹਨਾਂ ਦੇ ਮੁੱਖ ਤੇ ਦਾੜਾ ਹੈ, ਤੇ ਸਿਰ ਵੀ ਜਿਹੜਾ ਇਹਨਾਂ ਸਾਰਿਆਂ ਦਾ ਸੀਸ ਮੁੰਡਤ ਕਰੇ, ਸਾਰਿਆਂ ਦੇ ਸਿਰ ਮੁੰਡਨ ਕੀਤੇ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ ਕਿ ਯੋਗ ਜਿਹੜਾ ਹੁੰਦਾ ਹੈ, ਉਹ ਯੋਗ ਦਾ ਅਰਥ ਹੁੰਦਾ ਜੁੜਨਾ। ਯੋਗ ਦਾ ਅਰਥ ਸਿਰ ਮੁੰਡਣਾ ਨਹੀਂ ਹੁੰਦਾ ਕਿ ਸਿਰ ਮੁੰਡਾ ਲਓ ਤੇ ਜੋਗੀ ਬਣ ਗਏ, ਕੰਨਾਂ ਵਿੱਚ ਮੁੰਦਰਾਂ ਪਾ ਲਓ ਤੇ ਜੋਗੀ ਬਣ ਗਏ, ਤਨ ਤੇ ਵਿਭੂਤੀ ਲਾ ਲਈਆਂ ਤੇ ਇਹ ਜੋਗੀ ਬਣ ਗਏ, ਹੱਥ ਵਿੱਚ ਕਰਮੰਡਲ ਪਕੜ ਲਿਆ ਜਾਂ ਠੂਠਾ ਪਕੜ ਲਿਆ ਤੇ ਇਹਦੇ ਨਾਲ ਜੋਗੀ ਕੋਈ ਬਣ ਗਿਆ। ਜਾਂ ਧਰਮੀ ਵੀ ਆਪਾਂ ਕੋਈ ਵੀ ਧਰਮ ਦਾ ਪਹਿਰਾਵਾ ਲੈ ਲਈਏ ਕਿ ਸਿਰਫ ਤਨ ਉੱਤੇ ਧਰਮ ਦੇ ਚਿੰਨ੍ਹ ਬਣਾਉਣ ਨਾਲ ਕੋਈ ਧਰਮੀ ਬਣ ਜਾਏਗਾ? ਨਹੀਂ, ਧਰਮ ਵਾਲਾ ਅੰਦਰ ਗੁਣ ਵੀ ਹੋਣਾ ਚਾਹੀਦਾ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਧੰਨ ਬਾਬਾ ਦੀਪ ਸਿੰਘ ਜੀ, ਅਸੀਂ ਤੁਹਾਡੇ ਦਿਹਾੜੇ ਬੜੇ ਚਾਵਾਂ ਨਾਲ ਮਨਾਉਂਦੇ ਹਾਂ, ਬੜੀਆਂ ਭਾਵਨਾ ਨਾਲ ਅਸੀਂ ਮਨਾਉਂਦੇ ਹਾਂ, ਕਿਉਂਕਿ ਤੁਸੀਂ ਅਮਰ ਸ਼ਹੀਦ ਹੋ, ਪਰ ਤੁਸੀਂ 75 ਸਾਲ ਦੀ ਉਮਰ ਵਿੱਚ 18 ਸੇਲ ਦਾ ਖੰਡਾ ਚੁੱਕ ਕੇ ਚਲਾਇਆ ਹੈ, ਤੇ ਅੱਜ ਸਾਡੀ ਜਵਾਨੀ ਕਿੱਥੇ ਆ? ਅਸੀਂ ਮਨਾ ਤੇ ਬੜੇ ਖੁਸ਼ੀ ਨਾਲ ਚਾਵਾਂ ਦੇ ਨਾਲ ਰਹੇ ਹਾਂ, ਪਰ ਉਹਨਾਂ ਵਾਲਾ ਗੁਣ ਵੀ ਤਾਂ ਗ੍ਰਹਿਣ ਕਰੀਏ। ਉਹਨਾਂ ਵਰਗੀ ਭਗਤੀ ਵਾਲੀ ਸ਼ਕਤੀ ਵੀ ਤੇ ਸਾਡੇ ਕੋਲ ਹੋਣੀ ਚਾਹੀਦੀ ਹੈ। ਨਿਤਨੇਮ ਸਾਡੇ ਕੋਲ ਹੋਇਆ ਨਹੀਂ। ਜਪਜੀ ਸਾਹਿਬ ਜੀ ਦਾ ਪਾਠ ਜਿਹੜੇ ਪੱਕੇ ਨੇ ਨਿਤਨੇਮ ਦੇ ਵਿੱਚ, ਮੁਬਾਰਕ ਹੈ ਉਹਨਾਂ ਨੂੰ, ਜਿਹੜੇ ਸਰਦੀ ਗਰਮੀ ਨਹੀਂ ਵੇਖਦੇ, ਝੱਖੜ ਝਾਂਗੀ ਮੀਂਹਾਂ ਵਰਸੈ ਭੀ ਗੁਰ ਦੇਖਣ ਜਾਈ, ਜਿਨ੍ਹਾਂ ਵਿੱਚ ਵਾਕਈ ਭਗਤੀ ਵਾਲੇ ਗੁਣ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਅਸੀਂ ਤੇ ਰੋਜ਼ ਰਾਤ ਨੂੰ ਸੌਣ ਲੱਗਿਆਂ ਧੂੜੀ ਮੰਗ ਕੇ ਸੌਂਦੇ ਹਾਂ, ਜਿਹੜੇ ਵਾਕਈ ਅੰਦਰੋਂ ਭਗਤੀ ਦੇ ਗੁਣ ਵਾਲੇ ਨੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜਿਨ੍ਹਾਂ ਦੇ ਦਿਨ ਮਨਾਉਂਦੇ ਆ, ਦਿਹਾੜੇ ਮਨਾਉਂਦੇ ਆ, ਉਹਨਾਂ ਵਿੱਚੋਂ ਗੁਣ ਵੀ ਆਪਾਂ ਗ੍ਰਹਿਣ ਕਰੀਏ। ਕੇਵਲ ਇਕੱਲੇ ਦਿਹਾੜੇ ਮਨਾਉਣ ਨਾਲ ਗੱਲ ਨਹੀਂ ਬਣਨੀ। ਇਹ ਵੀ ਇੱਕ ਦਿਨ ਜ਼ਿਕਰ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਸਰਹੰਦ, ਫਤਿਹਗੜ੍ਹ ਸਾਹਿਬ, ਉਸ ਠੰਡਾ ਬੁਰਜ ਜਾਂ ਪਰਿਵਾਰ ਵਿਛੋੜਾ ਜਾਂ ਚਮਕੌਰ ਸਾਹਿਬ ਦਾ ਉਹ ਅਸਥਾਨ, ਉਹ ਕੇਵਲ 12 ਮਹੀਨਿਆਂ ਦੇ ਵਿੱਚ, ਇੱਕ ਹਫ਼ਤੇ ਵਾਸਤੇ ਨਹੀਂ ਹੁੰਦਾ, ਉਹ ਪੂਰੇ ਦੇ ਪੂਰੇ ਸਾਲ ਉਹਨੂੰ ਚੇਤੇ ਕਰਨ ਵਾਸਤੇ ਹਰ ਦਿਨ ਸਾਨੂੰ ਚਮਕੌਰ ਸਾਹਿਬ ਚੇਤੇ ਆਵੇ, ਹਰ ਦਿਨ ਸਾਨੂੰ ਉਹ ਜਿਹੜਾ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਚੇਤੇ ਆਉਣ। ਉਹ ਕੇਵਲ ਇੱਕ ਹਫ਼ਤੇ ਵਾਸਤੇ ਨਹੀਂ, ਉਹ ਸਾਨੂੰ ਹਰ ਦਿਨ ਚੇਤੇ ਆਉਣੇ ਚਾਹੀਦੇ ਆ। ਭਾਵ ਗੱਲ ਕਰ ਰਿਹਾ ਸੀ ਕਿ ਕੇਵਲ ਧਰਮ ਦੇ ਚਿੰਨ੍ਹ ਬਣਾ ਕੇ ਕੋਈ ਧਰਮੀ ਨਹੀਂ ਹੋ ਜਾਂਦਾ, ਅੰਦਰ ਧਰਮ ਵਾਲਾ ਗੁਣ ਵੀ ਹੋਣਾ ਚਾਹੀਦਾ ਹੈ। ਉਹ ਅੱਗੇ ਜਾ ਕੇ ਗੱਲ ਕਲੀਅਰ ਹੋਏਗੀ ਕਿ ਵਿਭੂਤੀ ਕਿੱਦਾਂ ਦੀ ਚਾਹੀਦੀ ਹੈ, ਮੁੰਦਰਾਂ ਕਿੱਦਾਂ ਦੀਆਂ ਚਾਹੀਦੀਆਂ ਨੇ, ਕਰਮੰਡਲ ਕਿੱਦਾਂ ਦਾ ਚਾਹੀਦਾ ਹੈ, ਇਹ ਗੋਦੜੀ ਕਿਸ ਤਰ੍ਹਾਂ ਦੀ, ਖਿੰਤਾ ਕਿਸ ਤਰ੍ਹਾਂ ਦੀ ਚਾਹੀਦੀ ਹੈ, ਉਹ ਅੱਗੇ ਜਾ ਕੇ ਗੁਰੂ ਸਾਹਿਬ ਨੇ ਕਲੀਅਰ ਕਰਨਾ ਹੈ। ਪਰ ਉਹ ਜਪਜੀ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ। ਇੱਥੇ ਕਹਿੰਦੇ ਕਿਸੇ ਨੇ ਸਿਰ ਮੁੰਡਾਇਆ ਹੋਇਆ ਹੈ, ਕਿਸੇ ਦੇ ਨਾਮ ਮੁੱਛਾਂ ਤੇ ਦਾੜਾ, ਕਹਿੰਦੇ ਨੇ ਇਹ ਸਭ ਕੁਝ ਜਿਹੜਾ ਇਹਨਾਂ ਨੇ ਆਪਣਾ ਚਿਹਰਾ ਸਾਫ਼ ਕੀਤਾ ਹੋਇਆ ਹੈ, ਤੇ ਚਿੱਟੇ ਰੰਗ ਦੀ ਵਿਭੂਤੀ ਮਲ ਕੇ ਆਪਣੇ ਆਪਣੇ ਆਸਨ ਜਿਹੜੇ ਨੇ ਲਾ ਕੇ ਬੈਠਦੇ ਜਾ ਰਹੇ ਹਨ। ਹੋ ਚੋਰੀ ਕੰਦੇ ਪਾਏ ਸੋ ਭਿਖਿਆ ਹਿਤ ਧਰੇ। ਇੱਕ ਝੋਲੀ ਇਹਨਾਂ ਨੇ ਬਣਾਈ ਆ, ਜਿਹੜੀ ਮੋਢੇ ਉੱਤੇ ਥੈਲਾ ਜਿਵੇਂ ਹੁੰਦਾ ਹੈ, ਉਸ ਤਰ੍ਹਾਂ ਇਹਨਾਂ ਨੇ ਟੰਗਿਆ ਹੋਇਆ। ਕਾਹਦੇ ਵਾਸਤੇ? ਭਿਖਿਆ ਮੰਗਣ ਵਾਸਤੇ। ਹੁਣ ਇਹ ਉਹ ਜੋਗੀ ਨੇ ਜਿਹੜੇ ਸੁਮੇਰ ਪਰਬਤ ਤੇ ਪਹੁੰਚ ਕੇ ਇੰਨਾ ਕਠਨ ਜਪ ਤਪ ਜਿਹੜਾ ਕਰਦੇ, ਆਸਣ ਲਾਉਂਦੇ ਨੇ, ਪਰ ਨਿੰਦਦੇ ਕਿਹਨੂੰ ਨੇ? ਗ੍ਰਸਤੀਆਂ ਨੂੰ, ਸੰਸਾਰੀਆਂ ਨੂੰ। ਪਰ ਇਹਨਾਂ ਦੀ ਕਮਜ਼ੋਰੀ ਇੱਕ ਕੀ ਹੈ ਕਿ ਜਿਨ੍ਹਾਂ ਨੂੰ ਨਿੰਦਦੇ ਨੇ, ਇਹ ਆਪ ਸਾਰੀ ਧੀਆਂ ਪੁੱਤਰ ਪਰਿਵਾਰ ਗ੍ਰਸਤ ਸਭ ਕੁਝ ਛੱਡ ਕੇ ਆਏ ਹੋਏ ਨੇ, ਪਰ ਜਦੋਂ ਖਾਣ ਲਈ ਚਾਹੀਦਾ ਉਦੋਂ ਮੰਗਣ ਲਈ ਫਿਰ ਸੰਸਾਰੀਆਂ ਦੇ ਦਰਵਾਜ਼ੇ ਤੇ। ਇਹ ਭਿਖਿਆ ਲੈਣ ਵਾਸਤੇ ਜਦੋਂ ਜਾਂਦੇ ਨੇ, ਫਿਰ ਗ੍ਰਸਤੀਆਂ ਦੇ ਦਰਵਾਜ਼ੇ ਤੇ ਜਾਂਦੇ ਆ। ਤੇ ਮਹਾਰਾਜ ਕਹਿੰਦੇ ਫਿਰ ਇਹ ਕਿੱਥੋਂ ਦੀ ਗੱਲ ਹੋਈ? ਇੱਕ ਪਾਸੇ ਗ੍ਰਸਤ ਨੂੰ ਨਿੰਦਦੇ ਹੋ, ਛੱਡ ਕੇ ਆਉਂਦੇ ਹੋ, ਦੂਜੇ ਪਾਸੇ ਫਿਰ ਗ੍ਰਸਤੀਆਂ ਦੇ ਦਰਵਾਜ਼ੇ ਤੇ ਹੀ ਮੰਗਣ ਵਾਸਤੇ ਜਾਂਦੇ ਹੋ। ਕਬੀਰ ਸਾਹਿਬ ਜੀ ਨੇ ਵੀ ਆਖਿਆ ਸੀ ਨਾ, ਕਬੀਰ ਸਾਹਿਬ ਜੀ ਕਹਿੰਦੇ ਤੂੰ ਆ ਮਾਇਆ ਧਨ ਪਦਾਰਥ ਸਭ ਕੁਝ ਤਿਆਗ ਦਿੱਤਾ, ਪਰ ਅੰਦਰ ਦਾ ਮਾਣ ਤਾਂ ਤਿਆਗਿਆ ਹੀ ਨਹੀਂ। ਤੂੰ ਮਾਣ ਤਾਂ ਫਿਰ ਵੀ ਜੰਗਲਾਂ ਤੇ ਪਹਾੜਾਂ ਦੀਆਂ ਚੋਟੀਆਂ 'ਚ ਲੈ ਕੇ ਬੈਠਾ ਹੈ। ਤੈਨੂੰ ਘਰ ਪਰਿਵਾਰ ਮਾਇਆ ਧਨ ਪਦਾਰਥ ਨਹੀਂ ਸੀ ਛੱਡਣਾ, ਤੂੰ ਸੰਸਾਰ ਨਹੀਂ ਸੀ ਛੱਡਣਾ, ਅੰਜਨ ਮਾਹੇ ਨਿਰੰਜਨ ਰਈਆ ਵਾਲੀ ਖੇਡ ਬਣਾਉਣੀ ਸੀ, ਹੰਕਾਰ ਛੱਡਣਾ ਸੀ। ਤੂੰ ਸਭ ਕੁਝ ਛੱਡਿਆ, ਹੰਕਾਰ ਤੇ ਛੱਡਿਆ ਹੀ ਕੋਈ ਨਹੀਂ। ਹੰਕਾਰ ਆਪਣੇ ਨਾਲ ਲੈ ਕੇ, ਬਿਮਾਰੀ ਤੇ ਆਪਣੇ ਅੰਦਰ ਨਾਲ ਲੈ ਕੇ ਤੁਰੇ ਫਿਰਦੇ ਸੀ। ਬਾਹਰੋਂ ਧਰਮ ਦਾ ਭੇਖ ਬਣਾ ਲਿਆ, ਪਰ ਅੰਦਰੋਂ ਹੰਕਾਰ ਦੀ ਬਿਮਾਰੀ ਤਾਂ ਦੂਰ ਨਹੀਂ ਕੀਤੀ। ਉਹ ਜਿਵੇਂ ਤੁਸੀਂ ਕਈ ਵਿਦਵਾਨਾਂ ਤੋਂ ਸੁਣਿਆ ਨਾ ਕਿ ਖੂਹ ਵਿੱਚੋਂ ਦੀ ਬਿੱਲੀ ਤਾਂ ਕੱਢੀ ਨਹੀਂ, ਪਾਣੀ ਕੱਢ ਕੇ ਬਾਹਰ ਸੁੱਟਦੇ ਰਹੇ, ਪਾਣੀ 'ਚੋਂ ਬਦਬੋ ਗਈ ਨਹੀਂ। ਪੁੱਛਿਆ ਵੀ ਇੰਨਾ ਪਾਣੀ ਅਸੀਂ ਖੂਹ ਵਿੱਚੋਂ ਕੱਢ ਲਿਆ, ਬਦਬੋ ਜਾਂਦੀ ਕਿਉਂ ਨਹੀਂ? ਕਹਿੰਦੇ ਪਾਣੀ ਤਾਂ ਕੱਢ ਲਿਆ, ਬਿੱਲੀ ਤੇ ਕੱਢੀ ਕੋਈ ਨਹੀਂ। ਬਸ ਅਸੀਂ ਵੀ ਬਾਹਰੋਂ ਧਰਮੀ ਹੋ ਕੇ ਧਰਮ ਦੇ ਪਹਿਰਾਵੇ, ਧਰਮ ਦੇ ਚਿੰਨ੍ਹ ਬਣਾ ਕੇ ਦੁਨੀਆ ਨੂੰ ਦਿਖਾ ਰਹੇ ਹਾਂ, ਧਰਮੀ ਬਹੁਤ ਆ, ਪਰ ਅੰਦਰੋਂ ਹੰਕਾਰ ਵਾਲੀ ਬਿੱਲੀ ਤੇ ਕੱਢੀ ਨਹੀਂ। ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਬਿੱਲੀ ਹੈ, ਇਹ ਤਾਂ ਕੱਢੀ ਨਹੀਂ, ਜਿਹਦੇ ਕਰਕੇ ਦੁਰਗੰਧ ਆ ਰਹੀ ਹੈ ਸਾਡੇ ਅੰਦਰੋਂ। ਮੁੱਖ ਆਵਤ ਤੰਕ ਹੈ ਦੁਰਗੰਧ, ਆ ਜਿਹੜੀ ਭੈੜੀ ਬਦਬੋ ਵਿਕਾਰਾਂ ਦੀ ਅੰਦਰੋਂ ਆਉਂਦੀ ਹੈ, ਕਿ ਇਹ ਵਿਕਾਰ ਜਿਹੜੇ ਸੀ ਉਹ ਅੰਦਰੋਂ ਕੱਢਣੇ ਸਨ। ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਇਸ ਤਰ੍ਹਾਂ ਕਈਆਂ ਦੇ ਕੰਧੇ ਉੱਤੇ ਉਹ ਜਿਹੜੀਆਂ ਝੋਲੀਆਂ ਬਣੀਆਂ ਥੈਲੇ ਰੂਪ ਵਿੱਚ ਉਹ ਪਾਏ ਹੋਏ ਨੇ, ਸੋ ਭਿਖਿਆ ਹਿੱਤ ਧਰੇ। ਇਹਨਾਂ ਨੇ ਭਿਖਿਆ ਮੰਗਣ ਵਾਸਤੇ ਇਹ ਧਾਰਨ ਕੀਤੀ ਹੈ। ਸਰਬ ਸ਼ਕਤ ਕੋ ਤਤ ਗਰਭ ਉਰ ਵਧ ਰਹਾ। ਕਹਿੰਦੇ ਨੇ ਇਹ ਸੋਚਦੇ ਆ ਵੀ ਸਰਬ ਸ਼ਕਤੀ ਸਾਡੇ ਕੋਲ, ਸਾਰੀ ਪਾਵਰ ਸਾਡੇ ਕੋਲ ਆ ਗਈ, ਵੀ ਜਿੰਨੀਆਂ ਵੀ ਤਾਕਤਾਂ ਰਿੱਧੀਆਂ ਸਦੀਆਂ ਦੀਆਂ ਨੇ ਉਹ ਸਾਡੇ ਕੋਲ ਨੇ, ਇਸ ਲਈ ਗਰਭ ਉਰ ਵਧ ਰਹਾ। ਇਹਨਾਂ ਦਾ ਹੰਕਾਰ ਘਟ ਨਹੀਂ ਸੀ ਰਿਹਾ, ਸਗੋਂ ਵੱਧ ਰਿਹਾ ਸੀ। ਤੇ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸ਼ਲੋਕ ਸਾਨੂੰ ਬਹੁਤ ਕੁਝ ਸਮਝਾ ਜਾਂਦਾ ਹੈ। ਸਾਹਿਬ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤ ਲੈ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਵਿੱਚ ਗਲ ਜਾਣਾ, ਇਹਨਾਂ ਜੋਗੀਆਂ ਦਾ ਵੀ ਇਹੀ ਹਾਲ ਹੈ।
ਕਹਿੰਦੇ ਨੇ ਇਹ ਸੋਚਦੇ ਆ ਵੀ ਸਾਡੇ ਕੋਲ ਸਾਰੀ ਪਾਵਰ ਆ ਗਈ, ਜਿੰਨੀ ਤਾਕਤ ਆ ਸਾਡੇ ਕੋਲ ਹੈ। ਇਹਨਾਂ ਦਾ ਇਹ ਹੰਕਾਰ ਵੱਧ ਰਿਹਾ ਸੀ। छिन मह उड़ कर जाए हृदय त्रिट हवै जहां ਕਹਿੰਦੇ ਨੇ ਇਹ ਸੋਚਦੇ ਆ ਵੀ ਸਾਡੇ ਕੋਲ ਇੰਨੀ ਪਾਵਰ ਆ ਗਈ ਸਾਧਨਾ ਕਰਕੇ, ਯੋਗ ਸਾਧਨਾ ਕਰਕੇ ਕਿ ਅਸੀਂ ਜਿੱਥੇ ਮਰਜ਼ੀ ਚਾਹੀਏ ਉਡਾਰੀ ਲਾ ਸਕਦੇ ਹਾਂ, ਜਿੱਥੇ ਚਾਹੀਏ ਅਸੀਂ ਉੱਥੇ ਹੀ ਜਾ ਸਕਦੇ ਹਾਂ। अन समान हवै जान पहाड़ समान को ਕਹਿੰਦੇ ਨੇ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ। ਸਾਡੇ ਵਾਸਤੇ ਇਹ ਪਹਾੜਾਂ ਦੀਆਂ ਉੱਚੀਆਂ ਉਚਾਈਆਂ ਜਿਹੜੀਆਂ ਨੇ ਇਹ ਕੁਝ ਵੀ ਨਹੀਂ ਹਨ। ਅਸੀਂ ਸੁਮੇਰ ਪਰਬਤ ਤੇ ਪਹੁੰਚ ਗਏ ਹਾਂ ਤੇ ਸਾਡੇ ਅੱਗੇ ਕੀ ਹੈ? ਆ ਵੱਡੇ ਵੱਡੇ ਪਹਾੜ ਵੀ ਜਿਹੜੇ ਨੇ ਉਹ ਕੁਝ ਵੀ ਨਹੀਂ ਸਾਡੇ ਅੱਗੇ। ਇਸ ਤਰ੍ਹਾਂ ਇਹ ਮਾਣ ਤੇ ਹੰਕਾਰ ਦੇ ਨਾਲ ਭਰੇ ਹੋਏ ਨੇ, ਆਪਣੇ ਆਪਣੇ ਆਸਨ ਲਾ ਕੇ ਬੈਠੇ ਹੋਏ ਨੇ ਸਾਰੇ। ਹੁਣ ਗੋਰਖਨਾਥ ਇਹਨਾਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰੇਗਾ ਕਿ ਕਿਵੇਂ ਵਾਰੀ ਭੇਜੇਗਾ, ਕਿ ਕਿਵੇਂ ਉਹਨਾਂ ਨੂੰ ਮੈਂ ਆਪਣੇ ਅੱਗੇ ਝੁਕਾਵਾਂ ਤੇ ਉਹਨਾਂ ਨੂੰ ਆਪਣਾ ਚੇਲਾ ਬਣਾ ਕੇ ਤੇ ਸਾਰੇ ਇਸ ਜਿਹੜੇ ਦੇਸ਼ ਹੈ, ਇਸ ਦੇਸ਼ ਦੇ ਉੱਤੇ ਰਾਜ ਕਰਾਂ। ਚਾਰੇ ਪਾਸੇ ਮੇਰਾ ਹੀ ਨਾਮ ਹੋਵੇ ਗੋਰਖਨਾਥ, ਚਾਰੇ ਪਾਸੇ ਗੋਰਖਨਾਥ ਦਾ ਬੋਲਬਾਲਾ ਹੋਵੇ। ਇਸ ਮਾਣ ਹੰਕਾਰ ਦੇ ਵਿੱਚ ਬੈਠਾ ਹੈ, ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰੇਗਾ। ਉਧਰ ਗੁਰੂ ਨਾਨਕ ਸਾਹਿਬ ਜੀ ਊਨਾ ਨਾਮ ਦੀ ਪਹਾੜੀ ਜਿਹੜਾ ਪਰਬਤ ਹੈ ਉੱਥੇ ਆ ਕੇ ਸਤਿਗੁਰੂ ਜੀ ਬੈਠੇ ਨੇ। ਕਵੀ ਸੰਤੋਖ ਸਿੰਘ ਜੀ ਅਗਲੇਰੇ ਇਤਿਹਾਸ ਦਾ ਜਿਵੇਂ ਜ਼ਿਕਰ ਕਰਨਗੇ, ਗੁਰੂ ਚਰਨਾਂ ਵਿੱਚ ਜੁੜ ਕੇ ਜਾਂ ਇਸ ਮੀਡੀਆ ਰਾਹੀਂ ਦੂਰ ਦੁਰਾਡੇ ਤੱਕ ਇਤਿਹਾਸ ਨੂੰ ਜਾਣਨ ਸਮਝਣ ਦਾ ਯਤਨ ਕਰਾਂਗੇ। ਜਦੋਂ ਵੀ ਅਸੀਂ ਗੁਰੂ ਸਾਹਿਬ ਦੇ ਦਰ ਤੇ ਆਈਏ ਤੇ ਆਪਣੇ ਮਾਣ ਹੰਕਾਰ ਨੂੰ ਤਿਆਗ ਕੇ ਨਿਮਰਤਾ ਦੇ ਵਿੱਚ ਆ ਕੇ ਜੁੜਨ ਦਾ ਯਤਨ ਕਰੀਏ, ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪੈ ਸਕਣ। ਉਹ ਤਾਂ ਹੀ ਪੈਣਗੀਆਂ ਜੇ ਆਪਾਂ ਗੋਲੇ ਬਣਨ ਦੀ ਭਾਵਨਾ ਲੈ ਕੇ ਆਵਾਂਗੇ। ਜੇ ਕਿਉਂਕਿ ਮਾਣ ਹੰਕਾਰ ਵਾਲਾ ਤੇ ਜਿਹੜਾ ਗੋਲਾ ਨਹੀਂ ਨਾ ਬਣ ਸਕਦਾ। ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਗਰਭ ਵਾਦ, ਮਤਲਬ ਹੰਕਾਰ ਦੀਆਂ ਗੱਲਾਂ ਕਰਨੀਆਂ। ਇੱਥੇ ਤੇ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਆਈਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਜਾਈਏ। ਉਹ ਤਾਂ ਹੀ ਹੋਏਗਾ ਜੇ ਅਸੀਂ ਪਿਆਰ ਨਾਲ ਭਿੱਜ ਕੇ ਆਖਾਂਗੇ ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ कर के गोले नानक कर के गोले ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, तुम्हारी शरण तुम्हारी आशा, तुम्हारी शरण तुम्हारी आशा। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, तुम ही सज्जन सुहेले, तुम ही सज्जन सुहेले। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, राखो राखन हार दयाला, राखो राखन हार दयाला। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। राखो राखन हार दयाला, राखो राखन हार दयाला। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, नानक ਨਾਨਕ कर के गोले, नानक कर के गोले। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਸਾਰੇ ਹੀ ਅਸੀਂ ਰਲ ਮਿਲ ਕੇ ਗੋਲੇ ਸੇਵਕ ਦਾਸ ਬਣਨ ਵਾਸਤੇ ਆਈਏ। ਜਿੰਨੇ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਾਂਗੇ, ਉਨਾ ਹੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇਗਾ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।